ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੀ ਸਾਰੇ ਸੰਗਤਾਂ ਨੂੰ ਸਿੱਖ ਚੈਨਲ ਦੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਪੋਲੈਂਡ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿਖੇ, ਜੋ ਪਿਛਲੇ ਦਿਨਾਂ ਤੋਂ ਰੂਸ ਅਤੇ ਯੂਕਰੇਨ ਦੇ ਵਿੱਚ ਬੜਾ ਭਾਰੀ ਯੁੱਧ ਛਿੜਿਆ ਹੋਇਆ ਹੈ। ਬੜੀ ਹੀ ਮੁਸ਼ਕਿਲ ਉੱਥੇ ਲੋਕਾਂ ਨੂੰ ਆ ਰਹੀ ਹੈਗੀ ਆ। ਤੇ ਦੇਖਦੇ ਹਾਂ ਕਿ ਬਹੁਤ ਸਾਰੇ ਭਾਰਤੀ ਜਿਹੜੇ ਵਿਦਿਆਰਥੀ ਸਨ, ਉਹਨਾਂ ਨੂੰ ਵੀ ਬਹੁਤ ਖੱਜਲ ਖੁਆਰੀ ਹੋਈ। ਭਾਰਤੀ ਵਿਦਿਆਰਥੀਆਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਜਿਹੜੇ ਪੰਜਾਬੀ ਨੌਜਵਾਨ ਉੱਥੇ ਕੰਮਾਂ ਕਾਰਾਂ ਦੇ ਕਰਕੇ ਵੀ ਉੱਥੇ ਆਏ ਹੋਏ ਸਨ, ਉਹਨਾਂ ਨੂੰ ਬੜੀਆਂ ਮੁਸ਼ਕਿਲਾਂ ਆਈਆਂ। ਉਹਨਾਂ ਨੂੰ ਵੀ ਆਪਣਾ ਮੁਲਕ ਛੱਡਣਾ ਪਿਆ, ਆਪਣਾ ਵਤਨ ਛੱਡਣਾ ਪਿਆ, ਭਾਵ ਕਿ ਉਹਨਾਂ ਨੂੰ ਵੀ ਆਪਣਾ ਘਰ ਛੱਡ ਕੇ ਇਹਨਾਂ ਮੁਲਕਾਂ ਵਿੱਚ ਆਉਣਾ ਪਿਆ। ਔਰ ਇਸ ਗੁਰੂ ਘਰ ਦੇ ਵਿੱਚ ਦੇਖਦੇ ਹਾਂ ਕਿ ਕਿਉਂਕਿ ਇਹ ਬਹੁਤ ਨੇੜੇ ਪੈਂਦਾ ਹੈ ਬਾਰਡਰ ਤੋਂ, ਤੇ ਉੱਥੇ ਆ ਕੇ ਬਹੁਤ ਸਾਰੇ ਨੌਜਵਾਨਾਂ ਨੇ, ਵਿਦਿਆਰਥੀਆਂ ਨੇ, ਸ਼ਰਨਾਰਥੀਆਂ ਨੇ ਇੱਥੇ ਆ ਕੇ ਪਨਾਹ ਲਈ। ਔਰ ਗੁਰੂ ਘਰ ਦੇ ਸੇਵਾਦਾਰਾਂ ਨੇ, ਜਿਵੇਂ ਕਿ ਸਾਨੂੰ ਜਾਣਕਾਰੀ ਮਿਲੀ ਹੈ, ਕਿ ਦਿਲ ਖੋਲ੍ਹ ਕੇ ਉਹਨਾਂ ਦਾ ਸਵਾਗਤ ਕੀਤਾ, ਉਹਨਾਂ ਦੀ ਸੇਵਾ ਕੀਤੀ। ਆਓ ਅਸੀਂ ਪਹਿਲਾਂ ਤੁਹਾਨੂੰ ਥੋੜ੍ਹਾ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਂਦੇ ਹਾਂ, ਤੇ ਫਿਰ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਉਹਨਾਂ ਤੋਂ ਪੁੱਛਾਂਗੇ ਉਹਨਾਂ ਦੀ ਜ਼ੁਬਾਨੀ ਕਿ ਕਿਹੋ ਜਿਹੇ ਹਾਲਾਤ ਸਨ, ਕਿਹੋ ਜਿਹਾ ਮੁਸ਼ਕਲ ਸਮਾਂ ਬਣਿਆ ਸੀ, ਕਿਸ ਤਰ੍ਹਾਂ ਇੱਥੋਂ ਦੀਆਂ ਲੋਕਲ ਸੰਗਤਾਂ ਨੇ ਉਹਨਾਂ ਦੀ ਬਹੁਤ ਦਿਲੋਂ ਜਾਨ ਦੇ ਨਾਲ ਉਹਨਾਂ ਦੀ ਮਦਦ ਕੀਤੀ, ਸਹਾਇਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਮੂਹ ਸਿੱਖ ਜਗਤ ਨੂੰ ਨਵੇਂ ਸਾਲ ਦੀ ਆਮਦ, ਜੋ ਗੁਰਮਤਿ ਅਨੁਸਾਰ ਚੇਤ ਗੋਬਿੰਦ ਅਰਾਧੀ ਹੈ, ਹੋਵੇ ਆਨੰਦ ਕਣਾ। ਸਾਡਾ ਸੰਬੰਧ ਜਿਹੜਾ ਉਹ ਗੁਰਮਤਿ ਦਾ, ਇਹ ਚੇਤ ਤੋਂ ਨਵੇਂ ਸਾਲ ਦੀ ਜਿਹੜੀ ਆਮਦ ਹੈ, ਉਹਦੀਆਂ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਔਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਭਾਈ ਸਾਹਿਬ, ਵੀ ਤੁਸੀਂ ਇੱਥੇ, ਮੈਨੂੰ ਕਿੰਨਾ ਸਮਾਂ ਹੋ ਗਿਆ, ਇਹ 2004 ਦੇ ਵਿੱਚ 1 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹੋਇਆ ਸੀ, ਵਰਸ਼ਾਵਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ। ਅਤੇ ਦਾਸ ਦਰਬਾਰ ਸਾਹਿਬ ਹਜ਼ੂਰ ਰਾਗੀ ਸੀ, ਮੇਰੇ ਨਾਲ ਛੋਟਾ ਬ੍ਰਦਰ ਸੀ ਬਲਵਿੰਦਰ ਸਿੰਘ ਤਬਲੇ 'ਤੇ, ਔਰ ਯਾਵਿੰਦਰ ਸਿੰਘ ਸਤਕੂਆ ਜੋ ਹੁਣ ਯੂਕੇ ਵਿੱਚ ਚਲਾ ਗਿਆ, ਉਹ ਮੇਰੇ ਨਾਲ ਸਹਿਕ ਰਾਗੀ ਸੀ। ਅਤੇ ਪੂਰਾ ਜੱਥਾ ਜਿਹੜਾ ਸੀ ਉਹ ਮੇਰਾ ਇੱਥੇ ਆਇਆ ਸੀ। ਅਤੇ ਇੱਥੋਂ ਮੈਂ 11 'ਚ ਚਲਾ ਗਿਆ ਆਇਆ ਫਰੈਂਕਫੁਰਟ, ਅਤੇ 6.5 ਸਾਲ ਬਾਅਦ ਇੱਥੋਂ ਫਰੈਂਕਫੁਰਟ, ਉਹਦੇ ਬਾਅਦ 'ਚ ਫਿਰ ਮਿਊਨਚਨ ਸੀ। ਮਿਊਨਚਨ ਤੋਂ ਦੁਬਾਰੇ ਫਿਰ ਯਾਵਿੰਦਰ ਨੇ ਜਾਣਾ ਸੀ ਇੰਗਲੈਂਡ, ਅਤੇ ਦੁਬਾਰੇ ਮੈਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਨੇਜਮੈਂਟ ਦੇ ਜੋ ਮੁਖੀ ਨੇ ਸਰਦਾਰ ਜੀ ਸਿੰਘ, ਔਰ ਦੂਜੀ ਪ੍ਰਬੰਧਕ ਕਮੇਟੀ, ਉਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਵੀ ਗਿਆਨੀ ਜੀ ਤੁਸੀਂ ਦੁਬਾਰੇ ਆਓ। ਅਤੇ ਫਿਰ ਇਹ ਦੂਸਰੀ ਟਰਨ ਆ ਜੀ, ਸੁਭਾਗ ਬਣ ਗਿਆ। ਹੁਣ 1 ਸਾਲ ਤੋਂ ਉੱਪਰ ਹੋ ਗਿਆ ਮੈਨੂੰ ਦੁਬਾਰੇ ਫਿਰ ਇੱਥੇ ਆਇਆ ਨੂੰ। ਅਤੇ ਬਾਕੀ ਜੋ ਇੱਥੇ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਬੱਚੇ ਇੱਥੇ ਆਏ ਆ ਯੂਕਰੇਨ ਤੋਂ, ਲੜਾਈ ਜਿਹੜੀ ਹੈ ਇਹ ਤਬਾਹੀ ਦਾ ਕਾਰਨ ਬਣਦੀ ਹੈ। ਅਤੇ ਲੜਾਈ ਜਿਹੜੀ ਹੈ ਘਰ ਵਿੱਚ ਹੋਵੇ ਘਰ ਤਬਾਹ ਕਰ ਦਿੰਦੀ ਹੈ, ਕੌਮ ਵਿੱਚ ਹੋਵੇ ਤਾਂ ਕੌਮ ਤਬਾਹ ਕਰ ਦਿੰਦੀ ਹੈ, ਦੇਸ਼ ਵਿੱਚ ਹੋਵੇ ਦੇਸ਼ ਤਬਾਹ ਕਰ ਦਿੰਦੀ ਹੈ। ਅਤੇ ਲੜਾਈ ਮਾੜੀ ਹੈ, ਦੋਵਾਂ ਦੇਸ਼ਾਂ ਦੀ ਆਪਸ ਵਿੱਚ ਲੜਾਈ ਜਿਹੜੀ ਹੈ ਵੀ ਆਪਸ ਵਿੱਚ ਪਹਿਲਾਂ ਇਕੱਠੇ ਸੀ, ਅਤੇ ਉਹ ਲੜਾਈ ਦੇ ਕਾਰਨ ਜਿਹੜੇ ਸਾਡੇ ਬੱਚੇ ਉੱਥੋਂ ਜਾਂ ਯੂਕਰੇਨ ਲੋਕ ਜਿਹੜੇ ਹੋਰ ਵੀ ਨੇ, ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ। ਇੱਥੇ ਬੱਚੇ ਆਏ ਸੀ ਕਾਫੀ, ਕੋਈ ਮੇਰਾ ਖਿਆਲ ਹੈ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੀ। ਅਤੇ ਜਿਹੜੇ ਇੱਥੇ 5-6 ਦਿਨ 'ਤੇ ਕਾਫੀ ਇੱਥੇ 1 ਹਫ਼ਤਾ ਦੇ ਲਗਾਤਾਰ ਇੰਨੀ ਕੁ ਬੱਚੇ ਆਉਂਦੇ ਸੀ ਵੀ ਇਹ ਗੁਰੂ ਦੀ ਕਿਰਪਾ ਦੇ ਨਾਲ ਚਲੋ ਬੱਚੇ ਪਰੇਸ਼ਾਨ ਸੀ। ਹੁਣ ਕੋਈ ਦੱਸਦੇ 55 ਘੰਟੇ ਸਾਨੂੰ ਲੱਗ ਗਏ ਨਾ ਰਸਤੇ ਵਿੱਚ, ਬੱਚੀਆਂ ਦੇ ਪੈਰ ਸੁੱਜੇ ਸੀ, ਅਤੇ ਬੜੀ ਪ੍ਰੋਬਲਮ ਸੀ ਜਿਹੜੀ ਵੇਖੀ ਨਹੀਂ ਜਾਂਦੀ, ਹਾਲਾਤ ਜਿਹੜੇ ਸੀ।
ਇਹ ਭੁੱਖੇ ਭਾਣੇ 5-5 ਦਿਨ ਦਾ ਉਹਨਾਂ ਨੂੰ ਖਾਣ ਪੀਣ ਨੂੰ ਕੁਛ ਨਹੀਂ ਮਿਲਿਆ ਵਿਚਾਰਿਆਂ ਨੂੰ। ਇੱਥੇ ਆਏ, ਫਿਰ ਉਹਨਾਂ ਦੀ ਜੋ ਵੀ ਸਾਡੇ ਕੋਲੋਂ ਸਾਡਾ ਇੱਕ ਫਰਜ਼ ਹੈ, ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਵੀ ਇਹ ਘਰ ਗੁਰੂ ਨਾਨਕ ਦਾ ਅਤੇ ਤੁਸੀਂ ਆਪਣੇ ਘਰ 'ਚ ਆ ਗਏ ਹੋ, ਅਤੇ ਗੁਰੂ ਨਾਨਕ ਦਾ ਘਰ ਜਿਹੜਾ ਸਭ ਦਾ ਘਰ ਹੈ, ਅਤੇ ਇੱਥੇ ਸਿੱਖ ਸੰਗਤਾਂ ਰੱਬ ਵਰਗੀਆਂ ਨੇ, ਔਰ ਜਿੰਨੇ ਵੀ ਸਾਡੇ ਹੈ ਨੇ ਸਹਿਯੋਗੀ, ਜਿੰਨੇ ਮਿੱਤਰ ਪਿਆਰੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਜਿਹਨਾਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਉਹਨਾਂ ਨੇ ਤਨ ਮਨ ਅਤੇ ਧਨ ਦੇ ਵਾਲੀ ਸੇਵਾ ਉਹ ਕੀਤੀ ਹੈ, ਦਿਨ ਰਾਤ ਜਾਗੇ ਨੇ, ਔਰ ਇੰਨੀ ਸੇਵਾ ਕੀਤੀ ਹੈ ਕਿ ਮਨ ਨੂੰ ਸੰਤੁਸ਼ਟੀ ਮਿਲਦੀ ਹੈ, ਕਿਉਂਕਿ ਸਾਡਾ ਫਰਜ਼ ਸੀ। ਕੋਈ ਇਹ ਨਹੀਂ ਵੀ ਅਸੀਂ ਬੜਾ ਕਿਸੇ 'ਤੇ ਉੱਤੇ ਆਸਾਨ ਕਰ ਦਿੱਤਾ, ਇਹ ਸਾਡਾ ਫਰਜ਼ ਸੀ। ਅਤੇ ਜੋ ਸਮਾਜ ਦੇ ਵਿੱਚ ਮਨੁੱਖ ਨੇ ਜਿਉਣਾ, ਅਤੇ ਗੁਰੂ ਸਾਹਿਬ ਨੇ ਵੀ ਕਿਹਾ ਵਿੱਚ ਦੁਨੀਆ ਸੇਵ ਕਮਾਈ ਹੈ ਕਿ ਤਾਂ ਦਰਗਾਹ ਬੈਸਣ ਪਾਈ। ਇਸ ਕਰਕੇ ਜਿਹੜੀ ਸੇਵਾ ਸਮਾਜ ਦੇ ਵਿੱਚ ਇਹ ਚੰਗੇ ਮਨੁੱਖ ਦੀ ਨਿਸ਼ਾਨੀ ਵੀ ਹੈ, ਅਤੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਕਿਰਤ ਕਰ ਅਤੇ ਨਾਮ ਜਪਣ ਅਤੇ ਵੰਡ ਛਕਣ ਦਾ ਜਿਹੜਾ ਸਿਧਾਂਤ ਦਿੱਤਾ, ਅਤੇ ਉਹਦੇ ਮੁਤਾਬਕ ਗੁਰੂ ਸਾਹਿਬ ਦੇ ਘਰ ਜਿਹੜੇ ਦਰਵਾਜ਼ੇ ਖੁੱਲ੍ਹੇ ਆ, ਉਹ ਬੱਚੇ ਆਏ ਨਾ, ਮੇਰਾ ਖਿਆਲ ਹੈ ਕਿ ਉਹਨਾਂ ਦੇ ਜਿਹੜੇ ਜ਼ਖਮ ਸੀ ਉਹਨਾਂ ਨੂੰ ਇੱਥੇ ਮਲਮ ਲੱਗੀ ਹੈ, ਇੱਥੋਂ ਬੜੇ ਸੰਤੁਸ਼ਟ ਹੋ ਕੇ ਖੁਸ਼ ਹੋ ਕੇ ਅਤੇ ਇੱਥੋਂ ਉਹ ਗਏ ਨੇ। ਅਤੇ ਹੁਣ ਵੀ ਬੱਚੇ ਕੋਈ ਇੱਕ ਦੁੱਕ ਆ ਰਹੇ ਆ, ਕੋਈ 15-16 ਦੇ ਕਰੀਬ ਮੈਂ ਕਿਹਾ ਇਹ ਹਾਲ ਦੇ ਵਿੱਚ ਮਿਲਣਗੇ ਤੁਹਾਨੂੰ। ਰਾਤ ਨੂੰ ਵੀ ਕੁਛ ਬਾਹਰ ਗਏ ਨੇ, ਅਤੇ ਲਗਭਗ ਬੱਚੇ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਅੱਗੇ ਇਹ ਕੋਈ ਜਰਮਨ ਦੇ ਵਿੱਚ, ਪੁਰਤਗਾਲ ਦੇ ਆਸੇ ਪਾਸੇ ਜਾ ਚੁੱਕੇ ਨੇ, ਜਿਹੜਾ ਇੰਡੀਆ ਜਾਣਾ ਸੀ ਇੰਡੀਆ ਜਾ ਚੁੱਕੇ ਨੇ, ਅਤੇ ਇੱਥੇ ਸੰਗਤ ਦਾ ਜਿਹੜਾ ਆ ਉਹ ਕਾਫੀ ਜਿਹੜਾ ਸਹਿਯੋਗ ਸਾਨੂੰ ਮਿਲਿਆ। ਠੀਕ ਹੈ, ਜਿਵੇਂ ਕਿ ਭਾਈ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਜੋ ਜੇ ਸਿੰਘ ਜੀ ਸਰਦਾਰ ਸਾਹਿਬ ਇੱਥੇ ਸੇਵਾ ਕਰਦੇ ਨੇ, ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਵੱਡਾ ਯੋਗਦਾਨ ਹੈ। ਔਰ ਅੱਜ ਸਾਨੂੰ ਇੱਥੋਂ ਦੇ ਇੱਕ ਹੋਰ ਸੇਵਾਦਾਰ ਸਨੀ ਸਿੰਘ ਨੇ ਸਾਨੂੰ ਅੱਜ ਏਅਰਪੋਰਟ ਤੋਂ ਲਿਆ, ਅਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀਆਂ ਸਾਨੂੰ ਗੱਲਾਂ ਦੱਸੀਆਂ, ਉਹਨਾਂ ਨੇ ਕਿ ਹਿਰਦਾ ਵਲੂੰਦਰਦਾ ਸੀ ਕਿ ਇੰਨਾ ਦੁੱਖ ਉਹਨਾਂ ਨੌਜਵਾਨਾਂ ਨੇ, ਬੱਚਿਆਂ ਨੇ ਉਹ ਹੰਢਾਇਆ, ਔਰ ਉਹਨਾਂ ਨੇ ਦੱਸਿਆ ਕਿ ਅਸੀਂ ਕਿਹੜੀਆਂ ਕਿਸ ਤਰ੍ਹਾਂ ਦੀ ਮਦਦ ਕੀਤੀ ਆ, ਉਹ ਉਹਨਾਂ ਤੋਂ ਵੀ ਅਸੀਂ ਸੁਣਾਂਗੇ। ਪਰ ਅਮਰੀਕ ਸਿੰਘ ਜੀ, ਮੈਂ ਚਾਹਾਂਗਾ ਕਿ ਅਸੀਂ ਜਿਹੜੀਆਂ ਸਾਡੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣਾ ਪ੍ਰੋਗਰਾਮ ਦੇਖ ਰਹੀਆਂ ਨੇ ਇਸ ਵੇਲੇ, ਦੂਰ ਦਰਾਡੇ ਕੈਨੇਡਾ ਅਮਰੀਕਾ ਤੱਕ ਵੀ, ਆਪਾਂ ਦਿਖਾਈਏ ਥੱਲੇ ਹਾਲ ਦੇ ਵਿੱਚ, ਜਿੱਥੇ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਇੱਥੇ ਬੱਚੇ ਆ ਕੇ ਰਹੇ, ਉਹਨਾਂ ਨੂੰ ਕਿੱਦਾਂ ਠਹਿਰਾਇਆ, ਗੱਦੇ ਤੁਸੀਂ ਲੱਗੇ ਆ, ਉਹ ਆਪਾਂ ਸੰਗਤਾਂ ਨੂੰ ਜਾ ਕੇ ਦਿਖਾ ਦਈਏ ਥੋੜ੍ਹਾ ਜਿਹਾ। ਹਾਂਜੀ, ਆ ਜਦੋਂ ਇੱਥੇ ਸਿੱਖ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਹੈ, ਅਤੇ ਇੱਥੇ ਕੋਟ ਵਗੈਰਾ ਜਿਹੜੇ ਟੰਗਦੇ ਨੇ ਸਾਰੇ, ਅਤੇ ਇੱਥੇ ਵੀ ਬੱਚੇ ਜਿਹੜੇ ਨੇ ਉਹਨਾਂ ਦਾ ਸਮਾਨ ਅਜੇ ਵੀ ਕਾਫੀ ਪਿਆ, ਕਿਉਂਕਿ ਛੱਡ ਕੇ ਬੱਚੇ ਚਲੇ ਗਏ ਆ, ਅਤੇ ਅਟੈਚੀ ਵਗੈਰਾ ਉਹਨਾਂ ਦੇ ਪਏ ਆ, ਇਹ ਜੈਕਟਾਂ ਵਗੈਰਾ ਅਜੇ ਵੀ ਪਈਆਂ ਨੇ, ਅਤੇ ਇੱਥੇ ਕਾਫੀ ਬੱਚੇ ਇੱਥੇ ਵੀ ਸੁੱਤੇ ਹੁੰਦੇ ਸੀ। ਅਤੇ ਜੇ ਆਪਾਂ ਅੱਗੇ ਵੇਖੀਏ ਵੀ ਜਿਹੜਾ ਹਾਲ ਆ ਸਾਡਾ, ਇਹ ਹਾਲ ਦੇ ਵਿੱਚ ਅਜੇ ਵੀ ਤੁਹਾਨੂੰ ਮਿਲਣਗੇ ਵੀ ਕੁਝ ਗੱਦੇ ਲੱਗੇ ਹੋਏ ਆ, ਕੁਛ ਬੱਚੇ ਰਾਤ ਗਏ ਆ, ਸ਼ਾਮ ਨੂੰ ਆ ਜਾਣਗੇ ਵਾਪਸ, 15-16 ਦੇ ਕਰੀਬ ਅਜੇ ਵੀ ਹੈ, ਕੋਈ 2-4 ਅਜੇ ਵੀ ਬੈਠੇ ਹੋਏ ਨੇ, ਕੰਬਲ ਇਹਨਾਂ ਨੇ ਗੱਦੇ ਲਾਏ ਹੋਏ ਆ। ਅਤੇ ਇੱਥੇ ਜਿਹੜੇ ਸੀ ਕੋਈ ਸਮਝ ਨਹੀਂ ਲੱਗਦੀ ਵੀ ਕਿੰਨੇ ਕੁ ਲੋਕ ਨੇ, ਗਿਣਤੀ ਤਾਂ ਸਾਡੇ ਕੋਲ ਹੁੰਦੀ ਨਹੀਂ ਸੀ, ਅਤੇ ਕਾਫੀ ਸੀ। ਅਤੇ ਉਹਦੇ ਬਾਅਦ ਵਿੱਚ ਫਿਰ ਅਸੀਂ ਸਾਡੇ ਕੋਲ ਦੂਸਰੇ ਬੰਨੇ ਹਾਲ ਹੈ ਲੰਗਰ ਹਾਲ, ਉਹਦੇ ਵਿੱਚ ਅਸੀਂ ਐਡਜਸਟਮੈਂਟ ਕੀਤੀ ਹੈ। ਅਤੇ ਆਹ ਗੱਦੇ ਜਿਹੜੇ ਆ ਤੁਸੀਂ ਵੇਖ ਸਕਦੇ ਹੋ, ਆਹ ਗੱਦੇ ਅਜੇ ਵੀ ਖੜ੍ਹੇ ਆ, ਆਪਣੇ ਇੱਥੇ ਰੱਖੇ ਹੋਏ ਆ, ਅਤੇ ਇਹ ਹਾਲ ਜਿਹੜਾ ਪੂਰਾ ਆਇਆ, ਇਹ ਪੂਰਾ ਭਰਿਆ ਹੋਇਆ ਸੀ, ਅਤੇ ਇੱਕ ਦੂਜੇ ਦੇ ਨਾਲ ਮਤਲਬ ਕਿ ਲੱਗ ਕੇ ਕਾਫੀ ਜਿਹੜੀ ਉਹ ਪਈ ਹੋਈ ਸੀ, ਕਿਉਂਕਿ ਗਿਣਤੀ ਜਿਹੜੀ ਸੀ ਉਹ ਹੋ ਨਹੀਂ ਸੀ ਰਹੀ, ਕਿਉਂਕਿ ਹਾਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ। ਅਤੇ ਦੂਸਰਾ ਜੇ ਆਪਾਂ ਵੇਖੀਏ ਦੂਜੇ ਬੰਨੇ ਲੰਗਰ ਹਾਲ ਹੈ ਸਾਡਾ, ਜਿੱਥੇ ਉੱਥੇ ਵੀ ਗੱਦੇ ਪਏ ਆ, ਉੱਥੇ ਵੀ ਸਾਰੇ ਅਸੀਂ ਜਿਹੜੀ ਇਹਨਾਂ ਨੂੰ ਐਡਜਸਟਮੈਂਟ ਕੀਤੀ ਹੈ। ਅਤੇ ਇਹ ਲੰਗਰ ਹਾਲ ਦੇ ਵਿੱਚ ਸਾਰੇ ਲੰਗਰ ਛਕਦੇ ਸੀ, ਅਤੇ ਫਿਰ ਇੱਥੇ ਹੀ ਰਾਤ ਜਿਹੜਾ ਆਵਾਜਾਈ ਚੱਲਦੀ ਰਹਿੰਦੀ ਸੀ, ਅਤੇ ਗੱਦੇ ਵਗੈਰਾ ਕੰਬਲ ਵਗੈਰਾ ਰੱਖ ਦਿੱਤੇ ਜਾਂਦੇ ਸੀ, ਇੱਥੇ ਲਾਏ ਸੀ, ਅਤੇ ਇੱਥੇ ਸੁੱਤੇ ਹੁੰਦੇ ਸੀ ਵਿਦਿਆਰਥੀ ਜਿਹੜੇ ਆਏ ਸੀ। ਅਤੇ ਇਹ ਵੀ ਹਾਲ ਜਿਹੜਾ ਬਿਲਕੁਲ ਫੁੱਲ ਹੋ ਜਾਂਦਾ ਸੀ, ਦੋਨੇ ਹਾਲ ਫੁੱਲ ਹੋ ਜਾਂਦੇ ਸੀ। ਇਸ ਕਰਕੇ ਫਿਰ ਤੀਸਰਾ ਸਾਨੂੰ ਜਿਹੜਾ ਇੰਤਜ਼ਾਮ ਹੈ ਇੱਕ ਹੋਟਲ ਦੇ ਵਿੱਚ ਕਰਨਾ ਪਿਆ। ਉਹਦੇ ਬਾਅਦ ਇੱਥੋਂ ਸਾਡੇ ਕੋਲ 15 ਕਿਲੋਮੀਟਰ ਹਿੰਦੂ ਮੰਦਿਰ ਹੈ, ਅਤੇ ਕਿਉਂਕਿ ਇੱਥੇ ਰਲ ਮਿਲ ਕੇ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਦੇ ਨੇ, ਅਤੇ ਉੱਥੇ ਫਿਰ ਕਾਫੀ ਵੱਡਾ ਹਾਲ ਹੈ, ਉੱਥੇ ਫਿਰ ਇੰਤਜ਼ਾਮ ਜਿਹੜਾ ਫਿਰ ਅਸੀਂ ਕੀਤਾ। ਅਤੇ ਆਹ ਸਾਡਾ ਜਿਹੜਾ ਹੈ ਇਹ ਕਿਚਨ ਹੈ, ਅਤੇ ਇੱਥੇ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਸਿੱਖ ਸੰਗਤਾਂ ਵਾਸਤੇ। ਗੁਰਪਿਆਰੀ ਸਾਧ ਸੰਗਤ ਜੀ, ਇਸ ਵੇਲੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਵਾਰਸਾ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਖੜ੍ਹੇ ਹਾਂ, ਅਤੇ ਅੱਜ ਹੀ ਅਸੀਂ ਆਏ ਹਾਂ, ਅਤੇ ਔਰ ਸੰਗਤਾਂ ਇੱਥੇ ਹਲੇ ਵੀ ਸੇਵਾ ਕਰ ਰਹੀਆਂ। ਬਹੁਤ ਸਾਰੇ ਜਿਹੜੇ ਬੱਚੇ ਆ, ਪਤਾ ਕਿ ਜਿਹੜੀ ਬਹੁਤ ਭਿਆਨਕ ਜਿਹੜੀ ਜੰਗ ਛਿੜੀ ਹੋਈ ਹੈ, ਹਲੇ ਉਹਦਾ ਪਤਾ ਨਹੀਂ ਅੰਤ ਕਦੋਂ ਹੋਣਾ ਹੈ, ਪਰ ਇਹ ਦੇਖਦੇ ਆ ਕਿ ਪਿਛਲੇ 2-3 ਹਫ਼ਤੇ ਕੀ ਹੋਇਆ, ਕਿਵੇਂ ਹੋਇਆ। ਅਤੇ ਇਸ ਦੇ ਨਾਲ ਸਾਡੇ ਨਾਲ ਮੇਰੇ ਸਨੀ ਸਿੰਘ ਮੇਰੇ ਨਾਲ ਜੁੜੇ ਆ, ਅਤੇ ਮੈਂ ਦੱਸਦਾ ਆਪਣੀਆਂ ਸੰਗਤਾਂ ਨੂੰ, ਦਰਸ਼ਕਾਂ ਨੂੰ, ਕਿ ਸਾਨੂੰ ਇਹਨਾਂ ਨੇ ਅੱਜ ਸਵੇਰੇ ਏਅਰਪੋਰਟ ਤੋਂ ਚੱਕਿਆ, ਅਤੇ ਫਿਰ ਸਾਨੂੰ ਹੋਟਲ ਵਿੱਚ ਲੈ ਕੇ ਗਏ,
ਤੇ ਉਸ ਤੋਂ ਬਾਅਦ ਹੁਣ ਸਾਨੂੰ ਇੱਥੇ ਗੁਰੂ ਘਰ ਲੈ ਕੇ ਆਏ। ਜਿਹੜੀਆਂ ਗੱਲਾਂ ਇਹਨਾਂ ਨੇ ਸਾਨੂੰ ਗੱਡੀ ਵਿੱਚ ਦੱਸੀਆਂ ਆਉਂਦਿਆਂ ਨੇ, ਉਹ ਦਿਲ ਪਸੀਜਦਾ ਸੀ ਕਿ ਇਹ ਕਿੰਨਾ ਮਤਲਬ ਔਖਾ ਸਮਾਂ ਸੀ ਤੇ ਉਹ ਸੰਗਤ ਨੇ ਕਿੱਦਾਂ ਸਾਥ ਦਿੱਤਾ। ਤੇ ਮੈਂ ਸਨੀ ਸਿੰਘ ਤੋਂ ਚਾਹਾਂਗਾ ਕਿ ਉਹ ਆਪਣੀ ਜ਼ੁਬਾਨੀ ਤੁਹਾਨੂੰ ਸਾਰੀ ਗੱਲ ਦੱਸਣਗੇ। ਆਓ ਪਹਿਲਾਂ ਅਸੀਂ ਸਨੀ ਸਿੰਘ ਨੂੰ ਫਤਿਹ ਬੁਲਾਉਂਦੇ ਹਾਂ। ਸਨੀ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਜੀ ਕੀ ਕੀ ਫਤਿਹ ਜੀ। ਸਨੀ ਸਿੰਘ ਜੀ, ਆ ਤੁਸੀਂ ਹੁਣ ਮਾਈਕ ਲਾਓ ਤੇ ਤੁਸੀਂ ਦੱਸੋ ਸੰਗਤਾਂ ਨੂੰ ਕਿ ਉਹਨਾਂ 2 ਹਫ਼ਤਿਆਂ ਵਿੱਚ ਤੁਸੀਂ ਕੀ ਦੇਖਿਆ ਹਾਂਜੀ। ਤੇ ਕੀ ਕੌਤਕ ਦੇਖਿਆ ਮਹਾਰਾਜ ਦੇ, ਤੇ ਸੰਗਤਾਂ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ, ਤੁਸੀਂ ਆਪਣੀ ਜ਼ੁਬਾਨੀ ਦੱਸੋ। ਦੇਖੋ ਜੀ, ਤੁਹਾਨੂੰ ਪਤਾ ਹੀ ਆ ਸਾਰੀ ਸੰਗਤ ਨੂੰ, ਜੋ ਪੂਰੇ ਦੁਨੀਆ ਦੇ ਵਿੱਚ ਜੋ ਇਹ ਸਾਰਾ ਚੱਲ ਰਿਹਾ ਵਾ, ਜੋ ਇਹ ਲੜਾਈ ਦਾ ਜੋ ਇਹ ਬੁਰਾ ਵਕਤ ਜੋ ਆਇਆ ਹੈ, ਤੇ ਸਾਡੇ ਜੋ ਸਾਰੇ ਬੱਚੇ ਜੋ ਉੱਥੋਂ ਯੂਕਰੇਨ ਤੋਂ ਵੀ ਸਾਰੇ ਜਿੰਨੇ ਮੁੰਡੇ ਕੁੜੀਆਂ ਜੋ ਵੀ ਫਸੇ ਹੋਏ ਸੀ, ਜਿੱਥੇ ਸਾਰੇ ਵਾਸੀ ਉੱਥੋਂ ਦੇ, ਤੇ ਉਹ ਕਿੱਦਾਂ ਬਾਰਡਰ ਟੱਪ ਕੇ ਉੱਥੋਂ ਆਏ ਨੇ। ਤੇ ਉੱਥੋਂ ਅੱਗੇ ਟੈਕਸੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਟਾਰਟ ਕਰਦਾ ਕਿ ਉਹ ਜਦੋਂ ਉੱਥੋਂ ਕੈਪੀਟਲ ਤੋਂ, ਜਦੋਂ ਉਹ ਛੋਟੇ ਛੋਟੇ ਕਸਬਿਆਂ ਤੋਂ ਜਾਂ ਸਿਟੀਆਂ ਤੋਂ ਉਹ ਅੱਗੇ ਬਾਰਡਰ ਤੇ ਪਹੁੰਚਦੇ ਸੀ, ਉੱਥੋਂ ਹਜ਼ਾਰਾਂ ਡਾਲਰਾਂ ਦੇ ਵਿੱਚ ਟੈਕਸੀ ਕਰਦੇ ਸੀ, 4-4 ਬੰਦੇ 3-3 ਬੰਦੇ ਰਲ ਕੇ। ਤੇ ਉਹ ਵਿਚਾਰੇ ਮਿਹਨਤਾਂ ਕਰਦੇ ਸੀ ਵੀ ਸਾਨੂੰ ਵੀ ਬਾਰਡਰ ਤੱਕ ਛੱਡ ਦਿਓ। ਤੇ ਈਵਨ ਕਿ ਅਸੀਂ ਜਦੋਂ ਸਾਰੀਆਂ ਸਟੋਰੀਆਂ ਸੁਣੀਆਂ ਨੇ ਸਟੂਡੈਂਟਾਂ ਦੀਆਂ, ਉਹ ਸਟੂਡੈਂਟ ਦੱਸਦੇ ਸੀਗੇ ਕਿ ਵੀ ਸਾਤੋਂ 2-2 ਹਜ਼ਾਰ 3-3 ਹਜ਼ਾਰ ਡਾਲਰ ਦੀ ਟੈਕਸੀ ਕਰਕੇ ਉਹ ਬਾਰਡਰ ਦੇ ਉੱਤੇ ਪਹੁੰਚੇ ਨੇ। ਫਿਰ ਅੱਗੇ ਆ ਕੇ ਉਹ 50-60 ਕਿਲੋਮੀਟਰ ਪਿੱਛੇ ਹੀ ਉਹਨਾਂ ਨੂੰ ਉਤਾਰ ਕੇ ਚਲੇ ਜਾਂਦੇ ਸੀਗੇ। ਫਿਰ ਉਹ ਉੱਥੋਂ 50-60 ਕਿਲੋਮੀਟਰ ਦਾ ਉਹ ਸਫ਼ਰ ਤੈਅ ਕਰਕੇ ਫਿਰ ਅੱਗੇ ਉਹ ਪੈਦਲ ਜਾ ਕੇ ਬਾਰਡਰ 'ਤੇ ਲਾਈਨ 'ਚ ਲੱਗਦੇ ਸੀ। ਫਿਰ ਅੱਗੇ ਉਹ ਜੋ ਐਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ, ਉਹਨਾਂ ਦਾ ਜੋ ਪਾਸਪੋਰਟ 'ਤੇ ਸਟੈਂਪ ਲਾ ਕੇ ਉਹਨਾਂ ਨੂੰ ਫਿਰ ਲੀਗਲ ਐਂਟਰੀ ਪੋਲੈਂਡ 'ਚ ਦਿੱਤੀ ਜਾਂਦੀ ਸੀਗੀ। ਤੇ ਜਿੱਦਾਂ ਉਹ ਦੱਸਿਆ ਜਾ ਰਿਹਾ ਕਿ ਪਹਿਲਾਂ ਜੋ ਫਸਟ ਪ੍ਰਾਇਓਰਟੀ ਪਹਿਲਾਂ ਯੂਕਰੇਨੀਅਨ ਸਿਟੀਜ਼ਨ ਨੂੰ ਦਿੱਤੀ ਜਾਂਦੀ ਸੀਗੀ। ਤੇ ਦੈਨ ਫਿਰ ਸਭ ਤੋਂ ਪਹਿਲਾਂ ਜੋ ਵੂਮੈਨ, ਆਲਵੇਜ਼ ਵੂਮੈਨ ਨੂੰ ਪ੍ਰਾਇਓਰਟੀ, ਫਿਰ ਬੱਚਿਆਂ ਨੂੰ, ਜੋ ਪ੍ਰੈਗਨੈਂਟ ਵੂਮੈਨ, ਫਿਰ ਅੱਗੇ ਬੰਦੇ, ਪਰ ਲਾਸਟ ਦੇ ਵਿੱਚ ਜੋ ਸਾਡੇ ਇੰਡੀਆ ਦੇ ਲੋਕ ਜਾਂ ਹੋਰ ਕੰਟਰੀ ਦੇ ਲੋਕ ਸੀਗੇ, ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਸੀ। ਤੇ ਉੱਥੇ ਬੜਾ ਧੱਕਾ ਮੁੱਕੀ ਵੀ ਹੁੰਦਾ, ਕਾਫੀ ਬਹੁਤ ਕੁਝ ਹੋਇਆ ਉੱਥੇ। ਬੜੀਆਂ ਸਟੋਰੀਆਂ ਅਸੀਂ ਸੁਣੀਆਂ ਨੇ, ਈਵਨ ਕਿ ਕੁੜੀਆਂ ਨੇ ਸਾਨੂੰ, ਈਵਨ ਕਿ ਯੂਕਰੇਨੀ ਵੂਮੈਨ ਤੋਂ ਵੀ ਸਾਨੂੰ ਪਤਾ ਲੱਗਿਆ ਵਾ ਕਿ ਉਹਨਾਂ ਨਾਲ ਕਿਸ ਤਰ੍ਹਾਂ ਦੀ ਹਰਾਸਮੈਂਟ ਹੋਈ ਆ। ਕਿ ਸਾਡੀਆਂ ਕੁੜੀਆਂ ਨੇ ਵੀ ਦੱਸਿਆ ਜਿਵੇਂ ਵੀ ਹੁੰਦੇ ਵਿੱਚ ਕੁਝ ਸ਼ਰਾਰਤੀ ਲੋਕ ਵੀ ਹੁੰਦੇ ਨੇ ਜੋ ਉਸ ਟਾਈਮ ਦਾ ਜੋ ਗਲਤ ਫਾਇਦਾ ਉਠਾਉਂਦੇ ਨੇ, ਤੇ ਉਹ ਕਿੱਦਾਂ ਵਿਚਾਰੇ ਨਿਕਲ ਕੇ ਜੋ ਵੀ ਉਹ ਆਏ। ਤੇ ਹੁੰਦਾ ਬਹੁਤ ਕੁਝ ਹੋਇਆ, ਬਹੁਤ ਸਾਰੀਆਂ ਸਟੋਰੀਆਂ ਨੇ। ਦੈਨ ਫਿਰ ਉਹ ਬਾਰਡਰ ਕ੍ਰਾਸ ਕਰਕੇ ਆਏ। ਜਦੋਂ ਸਟਾਰਟਿੰਗ ਦੇ ਵਿੱਚ ਕੀ ਸੀਗਾ, ਜਦੋਂ ਉਦੋਂ ਟਰਾਂਸਪੋਰਟੇਸ਼ਨ ਦਾ ਉਹ ਫ੍ਰੀ ਨਹੀਂ ਸੀਗਾ, ਤੇ ਉਹ ਸਾਰੇ ਬੰਦੇ, ਕੋਈ ਉੱਥੇ ਬਾਰਡਰ 'ਤੇ ਖੜ੍ਹਦਾ ਸੀ, ਕੋਈ ਮਿਹਨਤ ਕਰਦਾ ਸੀਗਾ ਵੀ ਟੈਕਸੀ ਵਾਸਤੇ। ਈਵਨ ਕਿ ਬੜਾ ਬਹੁਤ ਕੁਝ ਹੋਇਆ, ਜਾਂ ਡਿਫਰੈਂਟ ਕੰਟਰੀਜ਼, ਬੜੀਆਂ ਗੈਂਗਾਂ ਵੀ ਸੀਗੀਆਂ, ਜਿਵੇਂ ਟੈਕਸੀ ਵਾਲੇ, ਜਿਵੇਂ ਹੋਰ ਹੋ ਗਏ ਡਿਫਰੈਂਟ ਨੇਸ਼ਨ ਤੋਂ। ਤੇ ਅਸੀਂ ਨਾਂ ਤਾਂ ਨਹੀਂ ਲੈ ਸਕਦੇ ਹੈਗੇ ਨਾ, ਦੇਖੋ ਕਿਸੇ ਪਰਟੀਕੂਲਰ ਅਸੀਂ ਟਾਰਗੇਟ ਨਹੀਂ ਕਰ ਸਕਦੇ। ਤੇ ਉਹਨਾਂ ਨੂੰ ਚਾਰਜ ਕਰਦੇ ਸੀ, ਹੈਵੀ ਚਾਰਜ ਕਰਦੇ ਸੀਗੇ ਵੀ ਲੈ ਕੇ ਆਉਣ ਦਾ। ਬਟ ਔਨ ਦੀ ਅਦਰ ਸਾਈਡ ਉਹ ਸਾਡੇ ਜਿਹੜੇ ਵਲੰਟੀਅਰ ਸੀਗੇ, ਜੋ ਸਾਡੇ ਪੋਲੈਂਡ ਦੇ ਲੋਕਲ ਸੰਗਤ, ਸਾਡੇ ਈਵਨ ਕਿ ਚਾਹੇ ਜ਼ਰੂਰੀ ਨਹੀਂ ਹੈ ਵੀ ਸਿੱਖ ਸੰਗਤ, ਤੇ ਇੱਥੋਂ ਦੇ ਪੋਲੈਂਡ ਦੇ ਲੋਕਲ ਜੋ ਗੋਰੇ ਸੀਗੇ, ਉਹ ਖੁਦ ਆਪਣੀਆਂ ਕਾਰਾਂ, ਮਹਿੰਗੀਆਂ ਕਾਰਾਂ ਕੱਢ ਕੇ, ਕੋਈ ਡਜ਼ਨ ਮੈਟਰ, ਉਹਨਾਂ ਨੇ ਭੇਦਭਾਵ ਨਹੀਂ ਰੱਖਿਆ, ਕੋਈ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਾਂ ਰੈਸਿਜ਼ਮ ਨਹੀਂ ਸੀ। ਤੇ ਉਹਨਾਂ ਨੇ ਪੂਰੀ ਅੱਗੇ ਵੱਧ ਚੜ੍ਹ ਕੇ ਹਿੱਸਾ ਲਿਆ, ਹੈਲਪ ਕੀਤੀ, ਤੇ ਉਹਨਾਂ ਨੂੰ ਲੈ ਕੇ ਆਏ। ਈਵਨ ਕਿ ਇੱਥੇ ਰਾਤ ਨੂੰ 1:30 ਵਜੇ 1-2 ਐਕਸਪੀਰੀਅੰਸ ਹੋਏ। ਤੇ ਇੱਕ ਗੋਰੀ ਆਈ, ਉਹ ਆਪਣੀ ਬੜੀ ਐਕਸਪੈਂਸਿਵ ਲਗਜ਼ਰੀ ਕਾਰ ਦੇ ਵਿੱਚ, ਵਿਚਾਰੇ ਉਹ ਲਿਬੜੇ ਤੇ ਬੜੇ ਸੀਗੇ ਇੰਡੀਅਨ, ਜਿਹਨੇ 3-4 ਦਿਨ ਤੋਂ ਸ਼ਾਵਰ ਵੀ ਨਹੀਂ ਲਿਆ, ਉਹਨੇ ਕੱਪੜੇ ਨਹੀਂ ਸੀ ਚੇਂਜ, ਸਮੈਲ ਆਉਂਦੀ ਸੀਗੀ। ਤੇ ਉਹ ਕਹਿੰਦੀ ਵੀ ਮੈਂ ਇਹਨਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ। ਔਰ ਮੈਂ ਕਿਹਾ ਕੋਈ ਗੱਲ ਨਹੀਂ, ਹੁਣ ਇਹ ਸੇਫ ਪਲੇਸ 'ਤੇ ਪਹੁੰਚ ਗਏ ਨੇ ਇੱਥੇ, ਤੇ ਇਸ ਤਰ੍ਹਾਂ ਦੀ ਕੋਈ ਫਿਕਰ ਕਰਨ ਵਾਲੀ ਜ਼ਰੂਰਤ ਨਹੀਂ ਹੈ। ਤੇ ਸਾਡੀ ਸੰਗਤ ਅੱਗੇ ਬਾਬਾ ਜੀ, ਜਿਵੇਂ ਉਹਨਾਂ ਨੇ ਸਾਰਾ ਦੱਸਿਆ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ, ਤੇ ਸਭ ਤੋਂ ਵੱਡੀ ਜੋ ਇੱਥੋਂ ਆਪਣੇ ਪ੍ਰਧਾਨ ਜੀ ਜੇ ਸਿੰਘ, ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਜੋ ਮੇਨ ਰੋਲ ਹੈ। ਤੇ ਬਾਕੀ ਸਾਡੀ ਇੱਥੋਂ ਸਾਰੀ ਪੋਲੈਂਡ ਦੀ ਲੋਕਲ ਸੰਗਤ ਮਿਲ ਜੁਲ ਕੇ, ਮਤਲਬ ਅਨਕਾਊਂਟੇਬਲ, ਜਿਹੜੇ ਨਾਮ ਹੀ ਨਹੀਂ ਲਏ ਜਾ ਸਕਦੇ ਇੱਥੇ, ਜਿਹੜੇ ਇੰਨੇ ਵਲੰਟੀਅਰ ਸੀਗੇ। ਤੇ ਸਾਨੂੰ ਈਵਨ ਕਿ ਹੁਣ ਨਾਮ ਮੈਂ ਨਹੀਂ ਲੈ ਸਕਦਾ, ਤਕਰੀਬਨ ਵੀ ਅਨਕਾਊਂਟੇਬਲ ਨੇਮ ਨੇ, ਜਿਨ੍ਹਾਂ ਨੇ ਕੋਈ ਬੰਦਾ ਹੋਏਗਾ ਵੀ ਜਿਹੜਾ ਵੀ ਉਹ ਪਾਰਟੀਸਪੇਟ ਨਾ ਕਰ ਸਕਿਆ ਹੋਵੇ। ਹਰ ਬੰਦਾ, ਜਾਣੀ ਕਿ ਹਰ ਘਰ ਦੇ ਵਿੱਚੋਂ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਇੱਦਾਂ ਮਦਦ ਪਹੁੰਚੀ ਇੱਥੇ ਪੂਰੀ। ਤੇ ਸਾਡੇ ਸਾਰੇ ਮੁੰਡੇ, ਸਾਰੀਆਂ ਫੈਮਲੀਜ਼, ਸਭ ਜਿੰਨਾ ਹੋ ਸਕੇ ਉਹਨਾਂ ਨੇ ਕੰਟਰੀਬਿਊਸ਼ਨ ਕੀਤਾ। ਈਵਨ ਕਿ ਉਹਨਾਂ ਨੇ ਆਪਣੇ ਕੰਮ ਛੱਡ ਦਿੱਤੇ ਸੀਗੇ, 15-15 ਦਿਨ ਹੋ ਗਏ ਕੰਮਾਂ 'ਤੇ ਨਹੀਂ ਗਏ ਹੈਗੇ, ਤੇ ਉਹ ਆਪਣਾ ਪੂਰਾ ਸਿਰ ਚੜ੍ਹ ਕੇ ਉਹਨਾਂ ਨੇ ਪੂਰਾ ਕੰਟਰੀਬਿਊਸ਼ਨ ਕੀਤਾ, ਜਿੱਦਾਂ ਤੁਸੀਂ ਅੱਗੇ ਦੇਖ ਸਕਦੇ ਹੋ ਸਾਰਾ। ਹੁਣ ਇੱਥੇ ਕੁਝ ਸਟੂਡੈਂਟ ਹੈਗੇ ਨੇ, ਫੋਰ ਐਗਜ਼ਾਮਪਲ ਮਨੀਪੁਰ ਤੋਂ ਇੱਕ ਸਟੂਡੈਂਟ ਹੈਗੀ ਆ, ਹੁਣ ਸਾਡੇ ਕੋਲ ਇੱਥੇ ਲੜਕੀ ਹੈਗੀ ਆ,
ਤੇ ਹੋਰ ਆਪਣੇ ਅੰਦਰ ਨੇਪਾਲ ਤੋਂ ਵੀ ਸੀਗੇ, ਉਹ ਕੱਲ ਗਏ ਨੇ, ਜਿਵੇਂ ਉਹਨਾਂ ਦੀ ਹੈਲਪ ਕਰੀ ਅਸੀਂ ਉਹਨਾਂ ਨੂੰ ਗਾਈਡ ਕੀਤਾ। ਤੇ ਪਬਲਿਕ ਟਰਾਂਸਪੋਰਟੇਸ਼ਨ ਉਹ ਸਾਰਾ ਫ੍ਰੀ ਹੋ ਚੁੱਕਿਆ ਸਾਰੇ ਯੂਰਪ ਦੇ ਵਿੱਚ। ਉਹਨਾਂ ਨੂੰ ਜਿੱਦਾਂ ਐਜ਼ ਪਰ ਗਾਈਡਲਾਈਨ ਉਹਨਾਂ ਨੂੰ ਗਾਈਡ ਕਰਦੇ ਆ, ਭਾਈ ਤੁਸੀਂ ਕੁਝ ਬੰਦੇ ਫਲਾਈਟ ਟਿਕਟ ਨਹੀਂ ਅਫੋਰਡ ਕਰ ਪਾਉਂਦੇ ਤੇ ਉਹਨਾਂ ਨੂੰ ਗਾਈਡ ਕੀਤਾ ਵੀ ਤੁਸੀਂ ਬਾਈ ਟ੍ਰੇਨ ਤੁਸੀਂ ਆਪਣਾ ਅੱਗੇ ਜਿਹੜੇ ਉਹਨਾਂ ਨੇ ਡੈਸਟੀਨੇਸ਼ਨ ਤੇ ਪਹੁੰਚਣਾ, ਕਿਸੇ ਨੇ ਇੰਡੀਆ ਜਾਣਾ, ਜੋ ਵੀ ਹੈ ਅੱਗੇ, ਉਹ ਇੰਡੀਅਨ ਗੌਰਮੈਂਟ ਦੀ ਹੈਲਪ ਰਾਹੀਂ ਉਹ ਫ੍ਰੀ ਟਿਕਟ ਲੈ ਕੇ ਇੰਡੀਆ ਪਹੁੰਚੇ। ਤੇ ਬਾਕੀ ਜੋ ਸੀਗੇ, ਜੋ ਪੁਰਤਗਾਲ ਗਏ ਜਾਂ ਹੋਰ ਸਪੇਨ, ਡਿਫਰੈਂਟ ਜੋ ਵੀ ਉਹਨਾਂ ਦੇ ਡੈਸਟੀਨੇਸ਼ਨ ਸੀਗੇ, ਤੇ ਉਹਨਾਂ ਦੀ ਪੂਰੀ ਹੈਲਪ ਕੀਤੀ ਗਈ ਉਹਨਾਂ ਨੂੰ ਗਾਈਡ ਐਜ਼ ਪਰ ਗਾਈਡ। ਜਿੱਦਾਂ ਅਸੀਂ ਗੱਲ ਕਰ ਹੀ ਰਹੇ ਸੀਗੇ ਵੀ ਬਾਕੀ ਹੋਰ ਸਾਡੇ ਵਲੰਟੀਅਰਸ ਇੱਥੇ ਕੰਮ ਕਰਦੇ ਸੀ ਤੇ ਉਹਨਾਂ ਨੇ ਆਪਣੇ ਵੱਲੋਂ ਪੂਰੀ ਸਹਾਇਤਾ ਦਿੱਤੀ ਆ, ਜਿਵੇਂ ਮੈਡੀਕੇਸ਼ਨ ਹੋ ਗਿਆ, ਹੋਰ ਸਿਮ ਕਾਰਡਸ ਵਗੈਰਾ, ਕਿਉਂਕਿ ਉਹਨਾਂ ਨੂੰ ਪਹਿਲਾਂ ਓਬਵੀਅਸਲੀ ਆਪਣੀ ਫੈਮਿਲੀ ਨਾਲ ਗੱਲ ਕਰਨੀ ਹੁੰਦੀ ਸੀਗੀ ਤੇ ਆਪਣਾ ਉਹਨਾਂ ਨੂੰ ਸਿਮ ਕਾਰਡਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀਗੀਆਂ। ਤੇ ਇੱਕ ਹੋਰ ਵੀ ਆਪਣੇ ਸੱਜਣ ਜਿਹੜੇ ਸੀਗੇ, ਈਵਨ ਕਿ ਅਨਨੋਨ ਸੱਜਣ ਸੀਗੇ ਜਿਹੜੇ ਹੋਰ ਦੂਸਰੀ ਨੇਸ਼ਨ ਤੋਂ ਆ ਕੇ ਇੱਥੇ ਆ ਕੇ ਹੈਲਪ ਦੇ ਕੀਤੀ, ਉਹਨਾਂ ਨੇ ਕੰਟਰੀਬਿਊਸ਼ਨ ਪਾਇਆ ਆਪਣਾ। ਜਿੱਦਾਂ 2 ਵੀਰ ਨੇ, ਉਹ ਆਪਣੇ ਜਰਮਨੀ ਤੋਂ ਆਏ ਸੀਗੇ, ਉਹ ਕਿਸੇ ਕਬੱਡੀ ਕਲੱਬ ਤੋਂ ਬਿਲੋਂਗ ਕਰਦੇ ਸੀ, ਇੱਕ ਪੂਰਾ ਟਰੱਕ ਭਰ ਕੇ ਲੈ ਕੇ ਆਏ ਸੀਗੇ ਉਹ ਸਾਰਾ, ਉਹਦੇ ਵਿੱਚ ਰॉ ਮਟੀਰੀਅਲ, ਗਰੋਸਰੀ, ਸਾਰਾ ਕੁਝ ਸੀਗਾ। ਤੇ ਇੱਥੇ ਆਏ, ਕਹਿੰਦੇ ਬਾਬਾ ਜੀ ਅਸੀਂ ਇੱਥੇ ਸੇਵਾ ਦੇਣੀ ਆ। ਬਾਬਾ ਜੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਤੇ ਬਾਬਾ ਜੀ ਕਹਿੰਦੇ ਇੱਥੇ ਆਲਰੇਡੀ ਬਹੁਤ ਸਾਡੇ ਕੋਲ ਹੈ ਜਗ੍ਹਾ ਰੱਖਣ ਨੂੰ, ਵੀ ਸਿੱਧਾ ਬਹੁਤ ਸੀਗਾ ਆਇਆ ਹੋਇਆ। ਫਿਰ ਬਾਬਾ ਜੀ ਦੇ ਅਸੀਂ ਉਹਨਾਂ ਨੂੰ ਹੈਲਪ ਕੀਤੀ ਕਿ ਬਈ ਇਹ ਬੈਟਰ ਹੈ ਵੀ ਬਾਰਡਰ ਦੇ ਉੱਤੇ ਸਾਰਾ ਸਿੱਧਾ ਪਹੁੰਚਾਇਆ ਜਾਵੇ। ਫਿਰ ਉਹ ਪੋਲਿਸ਼ ਲੋਕਾਂ ਨੂੰ ਉਹ ਸਾਰਾ ਸਿੱਧਾ ਪਹੁੰਚਾਇਆ ਗਿਆ ਸੀ, ਉਹਨਾਂ ਨਾਲ ਮਿਲ ਕੇ ਸਾਰਾ ਉਹ ਅੱਗੇ ਮਦਦ ਦਿੱਤੀ ਗਈ ਸੀ। ਬਾਕੀ ਮੈਨੂੰ ਹਜੇ ਹੋਰ ਬਹੁਤ ਸਾਰੇ ਮਤਲਬ ਜੋ ਚੀਜ਼ਾਂ ਨੇ ਨਹੀਂ ਯਾਦ ਨਹੀਂ ਹੈਗੀਆਂ। ਤੇ ਬਾਕੀ ਬਾਬਾ ਜੀ ਨਾਲ ਤੁਹਾਨੂੰ ਪਤਾ ਹੀ ਹੈ, ਬਾਬਾ ਜੀ ਵੀ ਆਪਣੇ ਵਿਚਾਰ ਦੇਣਗੇ ਤੇ ਜੋ ਇਹਨਾਂ ਨੇ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਤੇ ਹਲੋ ਬਾਬਾ ਜੀ, ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਿਆ ਸੰਨੀ ਸਿੰਘ ਕੋਲੋਂ ਵੀ ਕਈਆਂ ਨੇ, ਮੈਂ ਹਮੇਸ਼ਾ ਕਹਿੰਦਾ ਹੋਣਾ ਕਿ ਜਦੋਂ ਮੁਸੀਬਤ ਬਣਦੀ ਹੈ, ਧਰਮੀ ਧਰਮ ਕਮਾ ਜਾਂਦੇ ਆ ਔਰ ਪਾਪੀ ਪਾਪ ਕਮਾ ਜਾਂਦੇ ਆ ਜੀ। ਉਹ ਜਿਹੜੇ ਬੱਚੇ ਗੱਲ ਕਰ ਰਹੇ ਸੀ ਵੀ ਟੈਕਸੀਆਂ ਵਾਲਿਆਂ ਨੇ, ਉਹ ਕਿਸੇ ਵੀ ਰਿਲੀਜਨ ਦੇ ਨਾਲ ਸੰਬੰਧਿਤ ਸੀ ਜਾਂ ਕਿਸੇ ਵੀ ਕੋਈ ਕਿਸੇ ਅਲੱਗ ਸੀ, ਕਿਸੇ ਮੁਲਕ ਦੇ ਸੀ। ਉਹ ਕਈਆਂ ਨੇ ਕੋਸ਼ਿਸ਼ ਕੀਤੀ ਹੈ ਕਿ ਲੁੱਟ ਮਾਰ ਕਰ ਲਈਏ, ਇਹਨਾਂ ਨੂੰ ਜਿੰਨੇ ਵੀ ਪੈਸੇ ਇਹਨਾਂ ਕੋਲ ਖੋਹ ਲਏ ਜਾਣ। ਵੱਧ ਤੋਂ ਵੱਧ ਉਹਨਾਂ ਨੇ ਪੈਸੇ ਇਹਨਾਂ ਕੋਲ ਵਸੂਲੇ ਆ, ਕਿਉਂਕਿ ਇਹਨਾਂ ਦੀ ਮਜਬੂਰੀ ਸੀ ਆਪਣੀ ਜਾਨ ਬਚਾਉਣੀ। ਅਤੇ ਕੁਝ ਉਹ ਲੋਕ ਸੀ ਜਿਹੜੇ ਇੱਥੇ ਪੋਲੈਂਡ ਦੇ ਸੀ, ਇੱਥੋਂ ਦੇ ਵਸਿੰਦੇ ਰਹਿਣ ਵਾਲੇ, ਜਿਨ੍ਹਾਂ ਨੇ ਉਹਦੇ ਵਿੱਚ ਲੜਕੀਆਂ ਸੀ, ਲੇਡੀਜ਼, ਔਰ ਕੁਝ ਆਦਮੀ ਸੀ ਇੱਦਾਂ ਦੇ ਕਿ ਜਿਹੜੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਔਰ ਫਰੀ ਲੈ ਕੇ ਆਏ ਆਪਣੇ ਖਰਚੇ ਦੇ ਉੱਤੇ। 400 450 ਕਿਲੋਮੀਟਰ ਰਾਤ, ਕੋਈ ਰਾਤ ਦੇ 12 ਵਜੇ ਆ ਰਿਹਾ, ਕੋਈ ਇੱਕ ਬੱਚਾ ਲੈ ਕੇ ਆ ਰਿਹਾ, ਕੋਈ ਰਾਤ ਦੇ 2 ਵਜੇ ਆ ਰਿਹਾ, ਕੋਈ 3 ਵਜੇ ਆ ਰਿਹਾ। ਉਹਨਾਂ ਦੇ ਅੰਦਰ ਇਨਸਾਨੀਅਤ ਇਹ ਸੀ ਵੀ ਅਸੀਂ ਇਹਨਾਂ ਬੱਚਿਆਂ ਨੂੰ ਸੁਰੱਖਿਅਤ ਗੁਰਦੁਆਰਾ ਸਾਹਿਬ ਪਹੁੰਚਾ ਦਈਏ ਜਿੱਥੇ ਟਿਕਣਾ ਚਾਹੁੰਦੇ ਨੇ। ਹੁਣ ਇੱਥੋਂ ਵੇਖੀ ਜਾਏ ਵੀ ਇਨਸਾਨੀਅਤ ਜਿਹੜੀ ਹੈ, ਉਹ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਸੀ ਉਹਨਾਂ ਨੇ ਧਰਮ ਨੂੰ ਕਮਾਇਆ, ਅਤੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਸੰਸਕਾਰ ਸਹੀ ਨਹੀਂ ਸੀ, ਜਿਹੜੇ ਗੁਰਮਤ ਤੋਂ ਜਾਂ ਇਨਸਾਨੀਅਤ ਤੋਂ ਦੂਰ ਸੀ, ਉਹਨਾਂ ਨੇ, ਮੈਂ ਹਮੇਸ਼ਾ ਕਹਿਣਾ ਕਿ ਉਹਨਾਂ ਨੇ ਪਾਪ ਕਮਾਇਆ। ਅਤੇ ਗੁਰਬਾਣੀ ਦੀ ਪੰਕਤੀ ਹੈ ਕਿ ਇਹ ਧਰਮ ਕਮਾਵੇ ਸੋ ਧਰਮ ਨਾ ਹੋਵੇ। ਜੇ ਕੋਈ ਆਦਮੀ ਮਨੁੱਖ ਜੇ ਕੋਈ ਧਰਮ ਦੇ ਰਸਤੇ ਚੱਲਦਾ, ਸਹੀ ਰਸਤੇ ਚੱਲਦਾ, ਕਿਉਂਕਿ ਜਿਹੜੀ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਸੀ ਕਿ ਮਾਨਵਤਾ ਦੀ ਸੇਵਾ ਜਿਹੜੀ ਹੈ, ਸਭ ਤੋਂ ਵੱਡੀ ਸੇਵਾ ਉਹ ਹੈ ਮਨੁੱਖਤਾ ਦੀ ਸੇਵਾ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਹੈ, ਪੂਰੀ ਮਨੁੱਖਤਾ ਨੂੰ ਇੱਕ ਕਲਾਵੇ ਚ ਲੈਂਦਾ, ਅਤੇ ਇਸ ਕਰਕੇ ਪੂਰੀ ਮਨੁੱਖਤਾ ਨੂੰ ਗਲਵੱਕੜੀ ਚ ਲੈਂਦਾ। ਅਤੇ ਇਹ ਲੋਕ ਜਿਹੜੇ ਸੀ, ਇਹ ਆਪਾਂ ਵੇਖੀਏ ਵੀ ਉਹ ਲੋਕਾਂ ਦੇ ਅੰਦਰ ਕਿੱਡੀ ਵੱਡੀ ਇਨਸਾਨੀਅਤ ਸੀ, ਜਿਨ੍ਹਾਂ ਨੇ ਆਪਣੇ ਖਰਚੇ 'ਤੇ ਕੋਈ ਪਰਵਾਹ ਨਹੀਂ ਕੀਤੀ ਅਤੇ ਉਹਨਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਸੁਰੱਖਿਅਤ ਜਗ੍ਹਾ 'ਤੇ ਛੱਡ ਕੇ ਗਏ ਨੇ। ਉਹ ਬੱਚੇ ਜਿਨ੍ਹਾਂ ਨੂੰ ਆਪਣੀ ਇਹ ਵੀ ਆਸ ਨਹੀਂ ਸੀ, ਕਈਆਂ ਨੇ ਦੱਸਿਆ ਵੀ ਅਸੀਂ ਆਪਣੇ ਘਰ ਵਿੱਚ ਮੈਸੇਜ ਕਰ ਦਿੱਤੇ ਸੀ ਵੀ ਜੇ 24 ਘੰਟੇ 'ਚ ਅਸੀਂ ਤੁਹਾਨੂੰ ਕੋਈ ਮੈਸੇਜ ਕਰ ਦਿੱਤਾ ਅਤੇ ਸਮਝ ਲਿਓ ਕਿ ਜਿਉਂਦੇ ਹਾਂ, ਨਹੀਂ ਤੇ ਅਸੀਂ ਇਹ ਸਾਡੀ ਜਾਨ ਵੀ ਜਾ ਸਕਦੀ ਹੈ। ਕਿਉਂਕਿ ਉਹਨਾਂ ਨੇ ਭੁੱਖ ਨਾਲ ਤੜਫਦੇ ਦੀਆਂ ਉੱਥੇ ਲੜਕੀਆਂ ਜਿਹੜੀਆਂ ਸੀ ਉਹ ਵੇਖੀਆਂ, ਜਿਨ੍ਹਾਂ ਦੀ ਜਾਨ ਚਲਾ ਗਈ। ਕਈਆਂ ਦੱਸਿਆ ਕਿ ਭੁੱਖ ਨਾਲ ਤੜਫਦੇ ਬੱਚਿਆਂ ਦੀ ਜਾਨ ਗਈ ਹੈ। ਉਹਨਾਂ ਨੇ ਵੇਖਿਆ ਕਿ ਜਿਹੜੀ ਯੂਕਰੇਨ ਦੇ ਜਿਹੜੀ ਫੌਜੀ ਲੋਕ ਸੀ, ਉਹਨਾਂ ਦਾ ਵਿਹਾਰ ਜਿਹੜਾ ਸੀ ਉਹ ਵਿੱਚ ਸਹੀ ਨਹੀਂ ਸੀ। ਉਹਨਾਂ ਬੱਚਿਆਂ ਲੜਕਿਆਂ ਨੂੰ ਜਿਹੜਾ ਕੁੱਟਿਆ ਗਿਆ, ਮਾਰਿਆ ਗਿਆ। ਅਤੇ ਔਰ ਜਿਹੜੇ ਚੰਗੇ ਲੋਕ ਨੇ, ਹਮੇਸ਼ਾ ਹੀ ਚੰਗੇ ਲੋਕਾਂ ਦੀ ਵੀ ਘਾਟ ਨਹੀਂ ਹੁੰਦੀ ਅਤੇ ਮੰਦੇ ਲੋਕਾਂ ਦੀ ਵੀ ਘਾਟ ਨਹੀਂ ਹੁੰਦੀ। ਇਹੋ ਜਿਹੇ ਸਮੇਂ ਦੇ ਵਿੱਚ ਅਤੇ ਗੁਰਬਾਣੀ ਨੇ ਸਾਨੂੰ ਬੜਾ ਸੋਹਣਾ ਮੈਸੇਜ ਦਿੱਤਾ ਕਿ ਜਾਂ ਕੋਈ ਮੁਸ਼ਕਿਲ ਅੱਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ। ਜਿਸ ਟਾਈਮ ਦੇ ਉੱਤੇ ਮੁਸ਼ਕਿਲ ਬਣਨ ਦੇ ਉੱਤੇ ਚੰਗੇ ਚੰਗੇ ਵੀ ਸਾਥ ਛੱਡ ਜਾਂਦੇ ਨੇ। ਅਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਅਖੀਰ ਵਿੱਚ ਕਿ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਅਤੇ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਹੋਵੇ। ਅਤੇ ਇਹ ਇਨਸਾਨੀਅਤ ਸੀ ਇਹਨਾਂ ਲੋਕਾਂ ਦੇ ਵਿੱਚ, ਜਿਨ੍ਹਾਂ ਨੇ ਧਰਮ ਕਮਾਇਆ,
ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਖਰਚੇ ਦੇ ਉੱਤੇ ਔਰ ਬੱਚਿਆਂ ਦੀ ਇਹ ਜਿਹੜੀ ਤਨ ਮਨ ਧਨ ਨਾਲ ਸੇਵਾ ਕੀਤੀ। ਔਰ ਉਹ ਲੋਕ ਕਿਸੇ ਵੀ ਕੌਮ ਦੇ, ਕਿਸੇ ਵੀ ਮਜ਼ਹਬ ਦੇ, ਕਿਸੇ ਵੀ ਦੇਸ਼ ਦੇ, ਉਹਨਾਂ ਨੇ ਜਿਹੜਾ ਪਰਉਪਕਾਰ ਕੀਤਾ। ਔਰ ਕੁਝ ਉਹ ਲੋਕ ਜਿਨ੍ਹਾਂ ਨੇ ਪਾਪ ਕੀਤਾ, ਉਹਨਾਂ ਬੱਚਿਆਂ ਨੂੰ ਇਹ ਕੁੱਟਿਆ ਵੀ, ਮਾਰਿਆ ਵੀ, ਉਹਨਾਂ ਦੇ ਪੈਸੇ ਵੀ ਖੋਏ, ਉਹਨਾਂ ਦਾ ਸਮਾਨ ਤੱਕ ਵੀ ਖੋਹ ਲਿਆ, ਉਹ ਵੀ ਲੋਕ ਸੀ। ਜਿਵੇਂ ਕਿ ਸੰਸਾਰ ਦੇ ਵਿੱਚ ਹਰੇਕ ਕਿਸਮ ਦੇ ਲੋਕ ਵੱਸਦੇ ਆ। ਇਹ ਮਾੜਿਆਂ ਦੀ ਘਾਟ ਵੀ ਨਹੀਂ ਤੇ ਚੰਗਿਆਂ ਦੀ ਘਾਟ ਨਹੀਂ। ਇਹੋ ਜਿਹੇ ਸਮੇਂ ਦੇ ਵਿੱਚ ਇਹੋ ਜਿਹੇ ਲੋਕਾਂ ਦੀ ਪਹਿਚਾਣ ਹੋ ਜਾਂਦੀ ਹੈ, ਚੰਗਿਆਂ ਦੀ ਵੀ ਔਰ ਮਾੜਿਆਂ ਦੀ ਵੀ। ਧਰਮ ਕਮਾਵੇ ਸੋ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀ ਹੈ। ਇਹ ਜਦੋਂ ਕੋਈ ਮਾੜੇ ਕਰਮ ਕਰਦਾ ਤੇ ਉਹਨੂੰ ਹਮੇਸ਼ਾ ਹੀ ਗੁਰਬਾਣੀ ਨੇ ਵੀ ਪਾਪੀ ਕਿਹਾ, ਜੇ ਕੋਈ ਚੰਗੇ ਕਰਮ ਕਰਦਾ ਤੇ ਉਹਨੂੰ ਧਰਮੀ ਕਿਹਾ। ਇਸ ਕਰਕੇ ਇਹ ਜੋ ਬੱਚੇ ਜਿਹੜੀ ਗੱਲਬਾਤ ਆ ਤੁਹਾਡੇ ਇਹ ਅੱਗੇ ਸਨੀ ਸਿੰਘ ਤੁਹਾਡੇ ਨਾਲ ਕਰਨਗੇ ਤੇ ਮੈਂ ਇੱਥੇ ਹੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿੱਦਾਂ ਬਾਬਾ ਜੀ ਨੇ ਵਿਚਾਰ ਦਿੱਤੇ ਨੇ, ਬਿਲਕੁਲ ਬਾਬਾ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਕਿ ਪਾਪ ਕਮਾਉਣ ਵਾਲਿਆਂ ਨੇ ਪਾਪ ਕਮਾ ਲਿਆ ਤੇ ਪੁੰਨ ਕਮਾਉਣ ਵਾਲਿਆਂ ਨੇ ਪੁੰਨ ਕਮਾ ਲਿਆ ਵੀ। ਤੇ ਬਹੁਤ ਇਸ ਤਰ੍ਹਾਂ ਦੇ ਵੀ ਐਕਸਪੀਰੀਅੰਸ ਹੋਏ ਨੇ। ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ, ਜੋ 2 ਨੌਜਵਾਨ ਜੋ ਆਏ ਸੀਗੇ, ਪੂਰਾ ਉਹ ਸਿੱਧਾ ਭਰ ਕੇ ਟਰੱਕ ਦਾ ਉਹ ਲੈ ਕੇ ਆਏ ਸੀਗੇ। ਜਦੋਂ ਅਸੀਂ ਦੂਸਰੀ ਕਮਿਊਨਿਟੀ ਦੇ ਵਿੱਚ ਉਹ ਲੈ ਕੇ ਗਏ ਸੀ ਉਹ ਦਾਨ ਕਰਨ, ਤਾਂ ਉਹ ਲੋਕ ਪੁੱਛ ਰਹੇ ਸੀ, ਕਹਿੰਦੇ ਤੁਸੀਂ ਕਿੱਥੋਂ ਆਏ ਹੋ? ਤੇ ਨਾਲ ਸਾਡੇ 2 ਸਰਦਾਰ ਸਾਹਿਬ ਸੀਗੇ। ਚਲੋ ਮੈਂ ਪੱਗ ਨਹੀਂ ਬੰਨ੍ਹਦਾ ਹੈਗਾ, ਤੇ ਆਪਣੇ ਜਦੋਂ ਸਰਦਾਰ ਜੀ ਉਹਨਾਂ ਨੇ ਫੋਟੋਆਂ ਖਿੱਚੀਆਂ ਨਾਲ, ਕਹਿੰਦੇ ਮੈਂ ਕਿਹਾ ਦੇਖੋ ਮੈਨੂੰ ਬੜਾ ਫੀਲ ਹੋਇਆ। ਮੈਂ ਕਿਹਾ ਤੁਸੀਂ ਅੱਜ ਜੋ ਸਿੱਖੀ ਦਾ ਬੂਟਾ ਅੱਜ ਜੋ ਪੋਲੈਂਡ ਦੇ ਵਿੱਚ ਲਾ ਲਿਆ, ਵੀ ਸਰਦਾਰਾਂ ਦੀ ਅੱਜ ਜੋ ਵੀ ਸਿਰ ਉੱਚਾ ਹੋ ਗਿਆ ਪੋਲੈਂਡ ਦੇ ਵਿੱਚ। ਉਹਨਾਂ ਨੇ ਫੋਟੋਆਂ ਖਿਚਵਾਉਣ, ਪੂਰੀ ਉਹਨਾਂ ਨਾਲ ਵੀਡੀਓ ਬਣਾਉਣ। ਉਹਨਾਂ ਕਹਿੰਦੇ ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਤੁਸੀਂ ਉੱਥੋਂ ਵੀ ਤੁਸੀਂ ਇੰਡੀਆ ਤੋਂ ਚੱਲ ਕੇ ਆਏ ਹੋ? ਅਸੀਂ ਫਿਰ ਦੱਸਿਆ ਵੀ ਨਹੀਂ, ਅਸੀਂ ਇੱਥੇ ਰਹਿੰਦੇ ਹਾਂ ਬਾਹਰ ਯੂਰਪ ਦੇ ਵਿੱਚ ਹੀ ਇੱਦਾਂ। ਤੇ ਉਹ ਉਹਨਾਂ ਨੇ ਬਹੁਤ ਹੀ ਸਾਨੂੰ ਪਿਆਰ ਦਿੱਤਾ ਤੇ ਸਾਨੂੰ ਵੀ ਬਹੁਤ ਪੋਜ਼ੀਟਿਵਿਟੀ ਮਿਲੀ ਹੈ ਨਾ ਉਸ ਤੋਂ ਵੀ ਇੱਦਾਂ ਕਰਕੇ। ਤੇ ਵੀ ਤਾਂ ਕਿ ਵੀ ਦੇਖੋ ਜੋ ਕੋਈ ਦੁਨੀਆ 'ਚ ਭੇਦਭਾਵ ਹੁੰਦੇ ਨੇ ਉਹ ਸਾਰੇ ਇਹ ਚੀਜ਼ ਹੈ ਜੋ ਜਦੋਂ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਤਾਂ ਪਿਆਰ ਵੱਧਦਾ ਤੇ ਆਪਸ ਵਿੱਚ ਭਾਈਚਾਰਾ ਵੱਧਦਾ ਵਾ। ਵੀ ਇੱਕ ਦੂਸਰੇ ਦੀ ਬਾਂਹ ਨਾਲ ਬਾਂਹ ਫੜ ਕੇ ਹੈ ਨਾ ਵੀ ਹੈਲਪ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਖੜ੍ਹਦੇ ਹਾਂ। ਤੇ ਸਭ ਤੋਂ ਵੱਡੀ ਇੱਕ ਐਗਜ਼ਾਮਪਲ ਸੀਗੀ ਇਹ ਆਪਣੇ ਇਨਸਾਨੀਅਤ ਦੀ। ਤੇ ਬਾਕੀ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਜੋ ਹੋਰ ਇੱਥੇ ਅੰਦਰ ਸਟੂਡੈਂਟ ਹੈਗੇ ਨੇ, ਜੋ ਉਹਨਾਂ ਦਾ ਐਕਸਪੀਰੀਅੰਸ ਸੀ। ਤੇ ਸੌਰੀ, ਮੈਂ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇਸ ਚੈਨਲ ਦੇ ਮਾਧਿਅਮ ਰਾਹੀਂ। ਉਹ ਮੇਰੀ ਬੇਨਤੀ ਇਹ ਹੈ ਕਿ ਹੁਣ ਜੋ ਅੱਗੇ ਇੱਥੋਂ ਆਪਣੇ ਬੱਚੇ ਜਾ ਚੁੱਕੇ ਨੇ, ਅੱਗੇ ਕੋਈ ਪੁਰਤਗਾਲ ਚਲਿਆ ਗਿਆ, ਸਪੇਨ ਚਲਿਆ ਗਿਆ, ਫਰਾਂਸ ਚਲਿਆ ਗਿਆ। ਦੇਖੋ ਉਹਨਾਂ ਨੂੰ ਜੋ ਹੈ ਉਹ ਭਾਸ਼ਾ ਦੀ ਬੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਪੇਪਰ ਡਾਕੂਮੈਂਟੇਸ਼ਨ ਕਿੱਦਾਂ ਕਰਨੀ। ਓਬਵੀਅਸਲੀ ਜੋ ਇੱਥੇ ਅੱਗੇ ਮੂਵ ਹੋਏ ਨੇ ਉਹਨਾਂ ਨੇ ਅੱਗੇ ਆਪਣਾ ਯੂਰਪੀਅਨ ਜੋ ਡਰੀਮ, ਆਪਣਾ ਸੁਪਨਾ ਅੱਗੇ ਹੁੰਦਾ ਹੀ ਹੈ ਹਰ ਇਨਸਾਨ ਦਾ ਕਿ ਭਾਈ ਬੱਚਾ ਸੈੱਟ ਹੋਵੇ, ਜਾਂ ਅੱਗੇ ਉਹਨਾਂ ਨੇ ਆਪਣੀ ਫਰਦਰ ਐਜੂਕੇਸ਼ਨ ਉਹਨਾਂ ਨੇ ਕੰਟੀਨਿਊ ਕਰਨੀ ਹੈ। ਕਿਸੇ ਨੇ ਐਜੂਕੇਸ਼ਨ ਜਾਂ ਕਿਸੇ ਨੇ ਆਪਣੇ ਵਰਕ ਦੇ ਰਿਗਾਰਡਿੰਗ। ਤੇ ਉਹਨਾਂ ਨੂੰ ਪਲੀਜ਼ ਜਿੰਨਾ ਹੋ ਸਕੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ। ਤੇ ਸਾਡੇ ਪੰਜਾਬੀ ਬਹੁਤ ਤਕੜੇ ਨੇ ਯੂਰਪ ਦੇ ਵਿੱਚ ਸਾਰੀ ਸੰਗਤ, ਕਿ ਭਾਈ ਉਹਨਾਂ ਨੂੰ ਆਪਣੇ ਵਰਕ ਓਪਰਚੁਨਿਟੀਆਂ ਦਿਓ ਉਹਨਾਂ ਨੂੰ, ਜਾਂ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਗਾਈਡ ਕਰੋ ਉਹ ਕੀ ਕਰ ਸਕਦੇ ਨੇ, ਤਾਂ ਕਿ ਸਾਡੀ ਕਮਿਊਨਿਟੀ ਜਿੰਨੀ ਐਜੂਕੇਟਡ ਹੋਏਗੀ ਤਾਂ ਉਹ ਫਾਇਦੇਮੰਦ ਆ, ਵਧੀਆ ਅੱਗੇ ਸਕਸੈਸ ਹੋਣਗੇ। ਤੇ ਉਹਨਾਂ ਨੂੰ ਜੋ ਡਾਕੂਮੈਂਟੇਸ਼ਨ ਦਾ, ਜੋ ਮੇਰੀ ਮੇਨ ਬੇਨਤੀ ਇਹੀ ਹੈ ਕਿ ਉਹਨਾਂ ਨੂੰ ਡਾਕੂਮੈਂਟੇਸ਼ਨ ਦੇ ਵਿੱਚ ਹੈਲਪ ਕਰਨ ਜਿੰਨੀ ਹੋ ਸਕੇ। ਜੋ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਅੱਗੇ, ਜਿਹੜੇ ਬੱਚੇ ਪੁਰਤਗਾਲ ਗਏ ਨੇ ਜਾਂ ਫਰਾਂਸ ਗਏ ਨੇ ਜਾਂ ਇਟਲੀ ਗਏ ਨੇ, ਜਿੱਥੇ ਵੀ ਜਿਹੜੇ ਯੂਰਪੀਅਨ ਕੰਟਰੀ ਦੇ ਵਿੱਚ ਗਏ ਨੇ। ਧੰਨਵਾਦ ਜੀ। ਤੇ ਅੱਗੇ ਆਪਣੇ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਹੋਰ? ਹੈਲੋ, ਥੈਂਕ ਯੂ। ਬਹੁਤ ਬਹੁਤ ਸਨੀ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਲੰਮੀ ਦਾਸਤਾਂ ਹੈ, ਇਹ ਦੁੱਖਾਂ ਦੀ ਲੰਮੀ ਦਾਸਤਾਂ ਹੈ। ਹਲੇ ਵੀ ਜੇ ਕਹਿ ਦਈਏ ਕਿ ਇਸ ਲੜਾਈ ਦਾ ਕੋਈ ਅੰਤ ਨਹੀਂ ਹੋ ਰਿਹਾ ਹੈਗਾ। ਦਿਨੋਂ ਦਿਨ ਜਿਹੜੇ ਰੂਸ ਦੇ ਹਮਲੇ ਆ ਉਹ ਵੱਧਦੇ ਜਾ ਰਹੇ ਆ। ਤੇ ਕੋਸ਼ਿਸ਼ ਕਰਾਂਗੇ ਅਸੀਂ ਸੰਗਤਾਂ ਨੂੰ, ਜੋ ਬਾਰਡਰ ਦਾ ਸੀਨ ਹੈਗਾ, ਜਿਹੜੀਆਂ ਹੋਰ ਕੌਮਾਂ ਜਿਹੜੀਆਂ ਉਹ ਉੱਥੋਂ ਆ ਰਹੀਆਂ ਨੇ, ਅਜੇ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਉੱਥੇ ਆ ਰਹੀਆਂ ਨੇ, ਕਿਹੋ ਜਿਹਾ ਸੀਨ ਹੈ, ਉਹ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦਿਖਾਵਾਂਗੇ। ਤੇ ਆਓ, ਜਿਵੇਂ ਕਿ ਗੱਲ ਕੀਤੀ ਹੈ ਸਨੀ ਸਿੰਘ ਨੇ, ਕੁਝ ਜਿਹੜੇ ਨੌਜਵਾਨ ਬੱਚੇ 2-4 ਇੱਥੇ ਆਏ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ, ਜਿਵੇਂ ਕਿ ਅੱਜ ਸਿੱਖ ਚੈਨਲ ਦੀ ਟੀਮ ਦਾਸ ਚੰਦਰਪਾਲ ਸਿੰਘ ਤੇ ਸਾਡੇ ਸਾਥੀ ਹਮਰਾਜ ਸਿੰਘ ਇੱਥੇ ਪਹੁੰਚੇ ਆ ਗੁਰਦੁਆਰਾ ਸਿੰਘ ਸਭਾ ਵਾਰਸਾ ਦੇ ਵਿੱਚ। ਜੋ ਪਿਛਲੇ ਸਮੇਂ ਦੀਆਂ 2-3 ਹਫ਼ਤੇ ਦੀਆਂ ਬੜੀਆਂ ਗੰਭੀਰ ਘਟਨਾਵਾਂ ਇੱਥੇ ਹੋਈਆਂ, ਉਹਨਾਂ ਦੀ ਸਾਰੀ ਜਾਣਕਾਰੀ ਤੁਹਾਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸਾਡੇ ਸਨੀ ਸਿੰਘ ਨੇ ਦੱਸੀ ਆ। ਤੇ ਅੱਜ ਹੁਣ ਸਾਡੇ ਨਾਲ ਜੁੜੇ ਹੈਗੇ ਆ ਪਰਮਿੰਦਰ ਸਿੰਘ। ਇਹਨਾਂ ਨੂੰ 2 ਦਿਨ ਹੋਏ ਨੇ ਯੂਕਰੇਨ ਤੋਂ ਆਇਆਂ ਨੂੰ। ਇਹਨਾਂ ਨੂੰ ਪੁੱਛਾਂਗੇ ਇਹ ਕਿਸ ਤਰ੍ਹਾਂ ਯੂਕਰੇਨ ਵਿੱਚ ਆਏ, ਕਦੋਂ ਆਏ, ਇਹਨਾਂ ਦਾ ਪਿੱਛੇ ਪੰਜਾਬ ਵਿੱਚ ਪਿੰਡ ਕਿਹੜਾ, ਤੇ ਕਿਹੜੀਆਂ ਮੁਸ਼ਕਿਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ, ਇਹ ਕਿੱਦਾਂ ਇੱਥੇ ਪਹੁੰਚੇ, ਇਹਨਾਂ ਨੂੰ ਪਹੁੰਚਣ ਵਿੱਚ ਕਿੰਨੀ ਦਿੱਕਤ ਆਈ। ਇਹ ਸਾਰੀਆਂ ਗੱਲਾਂ ਤੋਂ ਆਪਾਂ ਜਾਣਾਂਗੇ, ਤਾਂ ਕਿ ਸਾਨੂੰ ਜਿਹੜੀ ਥੋੜ੍ਹੀ
ਕਹਾਣੀ ਦਾ ਪਤਾ ਲੱਗ ਸਕੇ ਕਿ ਸਾਡੇ ਨੌਜਵਾਨ ਬੱਚਿਆਂ ਦੇ ਨਾਲ ਕੀ ਵਾਪਰਿਆ ਜਾਂ ਕਿੱਦਾਂ ਵਾਪਰਦਾ ਹੈ ਜਦੋਂ ਇਹੋ ਜਿਹੀਆਂ ਘਟਨਾਵਾਂ, ਇਹੋ ਜਿਹੀਆਂ ਅਣਕਿਆਸੀਆਂ ਘਟਨਾਵਾਂ ਇੱਕਦਮ ਸਾਡੀ ਸੁਰਤ ਨੂੰ ਘੇਰ ਲੈਂਦੀਆਂ ਹਨ ਤੇ ਹਲੇ ਵੀ ਜਿਹੜੇ ਲੜਾਈਆਂ ਦਾ ਖਾਤਮਾ ਨਹੀਂ ਆਪਾਂ ਨੂੰ ਨਜ਼ਰ ਆ ਰਿਹਾ। ਤੇ ਆਓ ਅਸੀਂ ਪਰਮਿੰਦਰ ਸਿੰਘ ਨਾਲ ਗੱਲ ਕਰਦੇ ਹਾਂ। ਪਰਮਿੰਦਰ ਸਿੰਘ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਤੇ ਮੈਂ ਦਿੱਲੀ ਤੋਂ ਹਾਂ ਅੱਛਾ। ਤੇ ਮੈਂ ਇੱਥੇ ਸਟੂਡੈਂਟ ਵੀਜ਼ਾ ਤੇ ਆਇਆ ਸੀ ਕੀਵ 'ਚ। ਹੂੰ ਤੇ ਕੀਵ ਤੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਜਿਹੜੀ ਜੰਗ ਛਿੜ ਗਈ, ਫਿਰ ਜਿਹੜੇ ਸਟੂਡੈਂਟ ਸੀਗੇ ਉਹ ਤਾਂ ਸਾਰੇ ਚਲੇ ਗਏ ਮੇਰੇ ਤੋਂ ਪਹਿਲਾਂ ਹੀ। ਅੱਛਾ। ਤੇ ਲਾਸਟ 'ਚੋਂ ਮੈਨੂੰ ਇਹ ਨਹੀਂ ਪਤਾ ਸੀ ਕਿ ਸਾਰੇ ਸਟੂਡੈਂਟ ਚਲੇ ਗਏ ਤੇ ਇੱਥੋਂ ਬਾਰਡਰ ਕ੍ਰੋਸ ਕਰ ਰਹੇ ਨੇ ਸਾਰੇ। ਤੇ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਮੈਂ ਜ਼ਿਆਦਾ ਹੀ ਲੇਟ ਹੋ ਗਿਆ ਸੀ। ਫਿਰ ਉੱਥੋਂ ਕੋਈ ਕੈਬ ਨਹੀਂ, ਕੋਈ ਟੈਕਸੀ, ਕੋਈ ਕੁਛ ਨਹੀਂ, ਸਾਰਾ ਕੁਝ ਬੰਦ ਸੀ। ਉੱਥੇ ਕੋਈ ਸਾਧਨ ਨਹੀਂ ਸੀਗਾ ਕਿ ਆਪਾਂ ਇੱਥੇ ਆ ਸਕੀਏ ਕੀਵ ਤੋਂ ਦੂਰ ਕਰ, ਉੱਥੋਂ ਜਾ ਕੇ ਆਪਾਂ ਪੋਲੈਂਡ ਜਾ ਪਾਈਏ ਜਾਂ ਬਾਰਡਰ ਕ੍ਰੋਸ ਕਰ ਪਾਈਏ, ਕਿਉਂਕਿ ਕੋਈ ਕਨਵੈਂਸ ਨਹੀਂ ਸੀਗੀ। ਤੇ ਫਿਰ ਮੈਂ ਉੱਥੇ ਕਿਸੇ ਨੂੰ ਪਤਾ ਕੀਤਾ, ਉਹਨਾਂ ਤੋਂ ਹੈਲਪ ਮੰਗੀ, ਯੂਕਰੇਨੀਅਨ ਸੀਗੇ ਉਹ। ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਤੁਹਾਨੂੰ ਹੈਲਪ ਕਰ ਦਾਂਗੇ ਬਾਰਡਰ ਤੱਕ। ਤੇ ਉਹ ਫਿਰ ਬਾਰਡਰ ਤੱਕ ਮੈਨੂੰ ਛੱਡ ਕੇ ਗਏ। ਫਿਰ ਉਸ ਤੋਂ ਬਾਅਦ ਉਹ ਬਾਰਡਰ 'ਤੇ ਮਿਲਟਰੀ ਸਾਰੇ ਸੀਗੇ, ਉਹ ਕਹਿੰਦੇ ਤੁਸੀਂ ਬਾਏ ਫੁੱਟ ਨਹੀਂ ਜਾਣਾ, ਤੁਸੀਂ ਬਾਏ ਬੱਸ ਜਾਣਾ। ਤੇ ਮੈਂ ਬੱਸ ਕੋਲ ਗਿਆ, ਬੱਸ ਡਰਾਈਵਰ ਕਹਿੰਦੇ ਕਿ ਨਹੀਂ ਜੀ ਆਪਾਂ ਨਹੀਂ ਲੈ ਕੇ ਜਾ ਸਕਦੇ, ਆਪਾਂ ਬਸ ਯੂਕਰੇਨੀਅਨ ਲੈ ਕੇ ਜਾਣੇ ਆ। ਫਿਰ ਮੈਂ ਦੁਬਾਰਾ ਤੋਂ ਗਿਆ ਮਿਲਟਰੀ ਵਾਲੇ ਕੋਲ, ਉਹ ਕਹਿੰਦੇ ਕਿ ਨਹੀਂ ਤੁਸੀਂ ਬੱਸ 'ਤੇ ਹੀ ਜਾਣਾ। ਮੈਂ ਕਿਹਾ ਉਹ ਮਨਾ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਲਾਈਨ 'ਚ ਲੱਗੇ ਹੋਏ ਨੇ ਸਾਰੇ, ਤੇ ਉਹਨਾਂ ਤੋਂ ਤੁਸੀਂ ਪੁੱਛ ਲਓ, ਜੇ ਉਹ ਤੁਹਾਡੀ ਹੈਲਪ ਕਰਦੇ ਨੇ ਕਿ ਅਸੀਂ ਬਾਰਡਰ ਕ੍ਰੋਸ ਕਰਾ ਦਾਂਗੇ, ਤੁਹਾਨੂੰ ਨਾਲ ਲੈ ਜਾਵਾਂਗੇ। ਫਿਰ ਮੈਂ ਉੱਥੇ ਪੁੱਛਿਆ ਇੱਕ ਦੋ ਬੰਦਿਆਂ ਨੂੰ, ਇੱਕ ਦੋ ਬੰਦਿਆਂ ਨਾ ਕੀਤੀ। ਫਿਰ ਮੈਂ, ਕਿਉਂਕਿ ਫਿਰ ਲੈਂਗੁਏਜ ਦੀ ਪੈ ਗਿਆ ਸੀ ਨਾ, ਲੈਂਗੁਏਜ ਦਾ, ਕਿਉਂਕਿ ਫਿਰ ਉਹਨਾਂ ਨੂੰ ਆਉਂਦੀ ਨਹੀਂ। ਫਿਰ ਮੈਂ ਟਰਾਂਸਲੇਟਰ ਕਰਕੇ ਬੋਲਿਆ, ਇੱਕ ਦੋ ਸੀਗੇ ਜਿਹੜੇ ਇੰਗਲਿਸ਼ ਬੋਲ ਲੈਂਦੇ ਸੀ। ਅਤੇ ਫਿਰ ਉਹਨਾਂ ਨੂੰ ਕਿਹਾ ਮੈਂ, ਫਿਰ ਉਹ ਕਹਿੰਦੇ, ਦੋ ਕੁੜੀਆਂ ਸੀਗੀਆਂ, ਫਿਰ ਉਹ ਕਹਿੰਦੀਆਂ ਕਿ ਕੋਈ ਗੱਲ ਨਹੀਂ ਆਪਾਂ ਕਰਾ ਦਾਂਗੇ, ਤੁਹਾਨੂੰ ਕਿੱਥੇ ਤੁਸੀਂ ਜਾਣਾ ਉੱਥੇ ਆਪਾਂ ਛੱਡ ਦਾਂਗੇ ਅਤੇ ਤੁਹਾਨੂੰ ਹੈਲਪ ਕਰ ਦਾਂਗੇ। ਫਿਰ ਉਹਨਾਂ ਨੇ ਮੈਨੂੰ ਹੈਲਪ ਕੀਤੀ ਉੱਥੇ। ਫਿਰ ਮੈਂ ਬਾਰਡਰ ਕ੍ਰੋਸ ਕੀਤਾ ਅਤੇ ਫਿਰ ਮੈਂ ਹੋਸਟਲ ਲਿਆ। ਅਤੇ ਫਿਰ ਮੈਨੂੰ ਪਤਾ ਲੱਗਿਆ ਇੱਥੇ ਗੁਰਦੁਆਰਾ ਸਾਹਿਬ ਦਾ, ਇਹ ਮੈਂ ਯੂਟਿਊਬ 'ਤੇ ਦੇਖਿਆ ਸੀ। ਅਤੇ ਫਿਰ ਉੱਥੋਂ ਹੀ ਮੈਨੂੰ ਪਤਾ ਲੱਗਿਆ ਅਤੇ ਫਿਰ ਮੈਂ ਉੱਥੋਂ ਕੈਬ ਕੀਤੀ ਅਤੇ ਮੈਂ ਇੱਥੇ ਆ ਗਿਆ। ਫਿਰ ਮੈਂ ਬਾਬਾ ਜੀ ਨੂੰ ਮਿਲਿਆ ਸੀ। ਬਾਬਾ ਜੀ ਕਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਸੀਂ ਰਹਿ ਸਕਦੇ ਹੋ ਇੱਥੇ ਜਿੰਨਾ ਚਿਰ ਤੁਸੀਂ ਰਹਿਣਾ। ਅਤੇ ਫਿਰ ਉਹਨਾਂ ਨੇ ਕਿਹਾ ਕਿ ਜੇ ਲੰਗਰ ਲੂੰਗਰ ਨਹੀਂ ਛਕਿਆ ਤਾਂ ਲੰਗਰ ਲੂੰਗਰ ਛਕ ਲਓ। ਫਿਰ ਮੈਂ ਆ ਕੇ ਪਹਿਲਾਂ ਲੰਗਰ ਛਕਿਆ, ਇੰਡੀਅਨ ਫੂਡ ਤਾਂ ਕਿਉਂਕਿ ਇੱਥੇ ਮਿਲਦਾ ਨਹੀਂ। ਬੜੇ ਟਾਈਮ ਬਾਅਦ ਇੰਡੀਅਨ ਫੂਡ ਲਿਖਾਇਆ ਮੈਂ ਅਤੇ ਵਧੀਆ ਲੱਗਿਆ। ਅਤੇ ਬਸ ਫਿਰ ਤੁਹਾਨੂੰ ਕੀਵ ਤੋਂ ਇੱਥੇ ਪਹੁੰਚਣ ਤੱਕ, ਇਸ ਗੁਰਦੁਆਰਾ ਸਾਹਿਬ 'ਚ ਪਹੁੰਚਣ ਨੂੰ ਕਿੰਨਾ ਸਮਾਂ ਲੱਗਿਆ, ਕਿੰਨੇ ਦਿਨ ਲੱਗੇ ਤੁਹਾਨੂੰ? ਮੈਨੂੰ ਕੀਵ ਤੋਂ ਬਾਰਡਰ ਤੱਕ ਆਉਂਦੀ 2 ਦਿਨ ਲੱਗ ਗਏ। ਹਾਂਜੀ, ਕਿਉਂਕਿ ਫਿਰ ਕੈਬ ਕੂਬ ਸੀਗੀ ਨਹੀਂ। ਫਿਰ ਮੈਂ ਪੁੱਛ ਕੇ ਆਇਆ, ਲਿਫਟ ਲੈ ਕੇ ਆਇਆ। ਫਿਰ ਮੈਂ ਜਦੋਂ ਬਾਰਡਰ ਦੇ ਅੰਦਰ ਗਿਆ, ਬਾਰਡਰ ਦੇ ਅੰਦਰ ਵੀ ਮੈਨੂੰ 1 ਦਿਨ ਲੱਗਿਆ। ਅਤੇ ਲਾ ਲਓ ਤੁਸੀਂ, ਮੈਂ ਜੋ ਕੀਵ ਤੋਂ ਨਿਕਲਿਆ ਕਮ ਸੇ ਘੱਟੋ 4 ਦਿਨ ਲੱਗੇ ਨੇ ਮੈਨੂੰ ਇੱਥੇ ਪਹੁੰਚਣ ਲਈ। ਤੇ ਜਦੋਂ ਬਾਰਡਰ ਤੇ ਲੰਘੇ, ਬਾਰਡਰ ਤੋਂ ਹੋਰ ਬਹੁਤ ਸਾਰੇ ਲੋਕ ਉੱਥੇ ਆ ਰਹੇ ਸੀ, ਯੂਕਰੇਨੀਅਨ ਵੀ ਆ ਰਹੇ ਸੀ ਜਾਂ ਹੋਰ ਕੌਮਾਂ ਵੀ ਆ ਰਹੀਆਂ ਸੀਆਂ, ਤੇ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ, ਲੇਡੀਜ਼ ਵੀ ਹੋਣਗੀਆਂ। ਤੇ ਤੁਹਾਨੂੰ ਦੇਖ ਕੇ ਕਿੱਦਾਂ ਦਾ ਲੱਗਿਆ? ਤੁਹਾਨੂੰ ਕੋਈ ਸੀਨ ਤੁਹਾਨੂੰ ਕਿੱਦਾਂ ਦਾ ਚੇਤੇ ਆਇਆ ਤੁਹਾਨੂੰ? ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਮੁੰਡੇ ਨੇ ਯੂਕਰੇਨੀਅਨ, ਉਹ ਕ੍ਰੋਸ ਨਹੀਂ ਕਰ ਸਕਦੇ, ਸਿਰਫ ਕੁੜੀਆਂ ਜਾ ਸਕਦੀਆਂ ਨੇ ਅਤੇ ਬੱਚੇ ਜਾ ਸਕਦੇ ਨੇ। ਅੱਛਾ। ਅਤੇ ਫਿਰ ਉੱਥੇ ਸਾਰੇ ਰੋ ਰਹੇ ਸੀ ਕਿਉਂਕਿ ਫਿਰ ਹਸਬੈਂਡ ਨਹੀਂ ਜਾ ਸਕਦੇ, ਮੁੰਡੇ ਕੋਈ ਨਹੀਂ ਜਾ ਸਕਦੇ। 18 ਸਾਲ ਤੋਂ ਉੱਤੇ ਕੋਈ ਮੁੰਡਾ ਨਹੀਂ ਜਾ ਸਕਦਾ, ਕੋਈ ਕ੍ਰੋਸ ਨਹੀਂ ਕਰ ਸਕਦਾ, ਚਾਹੇ ਬੰਬ ਸਿੱਟੇ, ਚਾਹੇ ਮਿਸਾਈਲ ਆਏ। ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਹੈਲਪ ਕਰਨੀ ਹੈ ਮਿਲਟਰੀ ਨਾਲ, ਤੁਹਾਨੂੰ ਆਪਾਂ ਬੋਲਾਂਗੇ, ਹਾਂ ਤੁਸੀਂ ਹਥਿਆਰ ਚੱਕੋ, ਤੁਸੀਂ ਸਾਡੀ ਹੈਲਪ ਕਰੋ। ਅਤੇ 18 ਸਾਲ ਤੋਂ ਉੱਤੇ 50 ਸਾਲ ਤੱਕ ਕੋਈ ਨਹੀਂ ਛੱਡ ਸਕਦਾ। ਅੱਛਾ। ਨਾ ਜੀ। ਤਾਂ ਕਰਕੇ ਫਿਰ ਉੱਥੇ ਸਾਰੇ ਰੋ ਰਹੇ ਸੀ ਜਿਹੜੇ ਫੈਮਿਲੀ ਵਾਲੇ, ਕਿਉਂਕਿ ਫਿਰ ਕੁੜੀਆਂ ਨੂੰ ਕ੍ਰੋਸ ਕਰਨਾ ਪਿਆ। ਪਰਮਿੰਦਰ, ਹੁਣ ਤੁਸੀਂ ਇੱਥੇ ਆਏ ਆ, ਤੁਹਾਨੂੰ ਚਲੋ ਮਹਾਰਾਜ ਦੀ ਕਿਰਪਾ ਹੋਈ ਆ, ਗੁਰੂ ਨਾਨਕ ਦੇਵ ਜੀ ਦਾ ਦਰਬਾਰ ਤੁਹਾਨੂੰ ਮਿਲਿਆ, ਤੁਹਾਨੂੰ ਆਰਾਮ ਤਾਂ ਮਹਿਸੂਸ ਹੋਇਆ ਹੋਣਾ। ਅਤੇ ਹੁਣ ਤੁਸੀਂ ਅੱਗੇ ਤੁਹਾਡਾ ਕੀ ਭਵਿੱਖ ਹੈ? ਤੁਸੀਂ ਕੀ ਸੋਚਦੇ ਆ ਕਿ ਤੁਹਾਡੀ ਜ਼ਿੰਦਗੀ ਦਾ ਅਗਲਾ ਪੜਾਅ ਕਿਹੜਾ ਹੋਵੇਗਾ? ਜ਼ਿੰਦਗੀ ਦਾ ਹਜੇ ਤਾਂ ਕੁਛ ਨਹੀਂ ਪਤਾ, ਕਿਉਂਕਿ ਹਜੇ ਸਿਚੁਏਸ਼ਨ ਬੜੀ ਖਰਾਬ ਹੋਈ ਪਈ ਹੈ। ਇੱਕੋ ਦਮ ਇੰਨਾ ਕੁਛ ਹੋਇਆ, ਅਤੇ ਫਿਰ ਹਜੇ ਤਾਂ ਇੱਕ ਹੀ ਹਿਸਾਬ ਲਿਆ ਕਿ ਗੁਰੂ ਘਰ ਜਾਈਏ ਅਤੇ ਵੇਟ ਕਰੀਏ ਠੀਕ ਹੈ ਕਿ ਕੀ ਬਣਦਾ ਅੱਗੇ।
ਚਲੋ ਮੇਰੇ ਖਿਆਲ ਦੇ ਵਿੱਚ ਜਿਵੇਂ ਸਨੀ ਸਿੰਘ ਨੇ ਕਿਹਾ, ਬਹੁਤ ਸਾਰੇ ਬੱਚੇ, ਪਤਾ ਲੱਗਾ ਸਾਨੂੰ ਇੱਥੇ ਆ ਕੇ ਪਿਆਰੇ ਦਰਸ਼ਕੋ ਕਿ ਬਹੁਤ ਸਾਰੇ ਬੱਚੇ ਪੁਰਤਗਾਲ ਨੂੰ ਚਲੇ ਗਏ ਨੇ, ਇੱਥੋਂ ਟ੍ਰੇਨਾਂ ਫੜ ਕੇ ਗੱਡੀਆਂ ਵਿੱਚ ਲੈ ਕੇ, ਕੁਛ ਆਪਣੇ ਦੋਸਤਾਂ ਮਿੱਤਰਾਂ ਨੇ, ਬਹੁਤ ਸਾਰੀ ਪੰਜਾਬੀ ਸੰਗਤ ਨੇ, ਖਾਸ ਤੌਰ ਤੋਂ ਜਿਵੇਂ ਕਿ ਦੱਸਿਆ ਸਨੀ ਸਿੰਘ ਨੇ, ਜਰਮਨ ਤੋਂ, ਆਸਟ੍ਰੇਲੀਆ ਤੋਂ, ਹੰਗਰੀ ਤੋਂ ਬਹੁਤ ਸਾਰੇ ਜਿਹੜੇ ਪੰਜਾਬੀ ਨੌਜਵਾਨ ਆਪਣੀਆਂ ਗੱਡੀਆਂ ਲੈ ਕੇ ਆਏ, ਉਹਨਾਂ ਨੇ ਆਪਣੇ ਬੱਚਿਆਂ ਨੂੰ ਇਸ ਮੁਲਕ ਵਿੱਚੋਂ ਕੱਢਿਆ ਤੇ ਬਹੁਤ ਸਾਰੇ ਬੱਚੇ ਪੁਰਤਗਾਲ ਗਏ ਨੇ। ਅਸੀਂ ਸਿੱਖ ਚੈਨਲ ਦੇ ਜ਼ਰੀਏ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਉਹ ਸਿੱਖ ਚੈਨਲ ਨੂੰ ਸੰਪਰਕ ਕਰਨ ਤੇ ਆਪਣੇ ਆਪਣੇ ਵਿਚਾਰ ਸਾਨੂੰ ਦੇਣ, ਤੇ ਅਸੀਂ ਉਹਨਾਂ ਦੀ ਜਿਹੜੀ ਦੁੱਖਾਂ ਦੀ ਜਿਹੜੀ ਕਹਾਣੀ ਆ ਉਹ ਵੀ ਅਸੀਂ ਬਾਕੀ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ, ਤੇ ਨਾਲ ਦੀ ਨਾਲ ਇਹ ਦੱਸਣ ਕਿ ਜਿਹੜੀ ਹੋਰ ਬਾਕੀ ਜਿਹੜੀ ਪੰਜਾਬੀ ਕਮਿਊਨਿਟੀ ਹੈਗੀ ਆ ਉਹਨਾਂ ਦਾ ਕੀ ਮਦਦ, ਕਿਵੇਂ ਮਦਦ ਕਰ ਸਕਦੀ ਆ। ਤੇ ਅਖੀਰ 'ਚ ਮੈਂ ਪਰਵਿੰਦਰ ਜੀ ਨੂੰ ਪੁੱਛਦਾ ਕਿ ਪਰਵਿੰਦਰ ਵੀ ਜਿਹੜੇ ਹੋਰ ਬੱਚੇ ਇੱਥੋਂ ਚਲੇ ਗਏ ਨੇ, ਇਹਨਾਂ ਦੇ ਸਾਥੀ ਚਲੇ ਗਏ ਨੇ, ਜਾਂ ਹੋਰ ਨਾਲ ਕੌਣ ਕੌਣ ਸੀ, ਕਿੰਨੇ ਸੀਗੇ, ਉਹਨਾਂ ਨੂੰ ਇਹ ਕੀ ਕਹਿਣਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਪਰਵਿੰਦਰ ਜੀ? ਤੁਸੀਂ ਉੱਦਾਂ ਕਿੰਨੇ ਕੁ ਮੁੰਡੇ ਜਿਹੜੇ ਇਕੱਠੇ ਗਰੁੱਪ ਤੁਹਾਡਾ ਪੜ੍ਹਦੇ ਸੀ, ਕਿੰਨੇ ਕੁ ਜਾਣੇ ਸੀ ਤੁਸੀਂ? ਹਾਂ, ਆਪਾਂ ਸੀਗੇ ਘੱਟੋ ਘੱਟ 20-30 ਜਾਣੇ ਤਾਂ ਸੀਗੇ। ਅੱਛਾ, ਹਾਂਜੀ, ਤੇ ਫਿਰ ਮੈਂ ਅੱਡ ਰਹਿੰਦਾ ਸੀ, ਉਹ ਆਪਣਾ ਅੱਡ ਰਹਿੰਦੇ ਸੀ। ਮੇਰਾ ਓਕੇ। ਉਹਨਾਂ ਨਾਲ ਹੁਣ ਸੰਪਰਕ ਹੋਇਆ ਤੁਹਾਡਾ? ਬਾਅਦ ਵਿੱਚ ਕਿੱਥੇ ਗਏ ਨੇ ਉਹ? ਉਹਨਾਂ ਨਾਲ ਹੋਇਆ ਨਹੀਂ, ਉਹਨਾਂ ਨਾਲ 1-2 ਬੰਦਿਆਂ ਨਾਲ ਹੋਇਆ। ਉਹ ਪੁਰਤਗਾਲ ਚਲਾ ਗਿਆ। ਉਹ ਪਹਿਲਾਂ ਬਰਲਿਨ ਗਿਆ ਸੀ, ਬਰਲਿਨ ਤੋਂ ਫਿਰ ਫਰਾਂਸ, ਫਿਰ ਪੁਰਤਗਾਲ, ਬੱਸ ਤੋਂ ਗਿਆ ਸੀ ਉਹ। ਕਿਉਂਕਿ 1-2 ਬੰਦਿਆਂ ਦੇ ਨੰਬਰ ਫਿਰ ਚੇਂਜ ਹੋ ਗਏ, ਉਹਨਾਂ ਨੂੰ ਸਿਮ ਚੇਂਜ ਕਰਨਾ ਪਿਆ, ਤਾਂ ਕਰਕੇ ਫਿਰ ਕੰਟੈਕਟ ਵਗੈਰਾ ਸਾਰੇ ਟੁੱਟ ਗਏ ਨੇ। ਤੇ 1-2 ਬੰਦੇ ਨੇ, ਉਹ ਪੁਰਤਗਾਲ ਚਲਾ ਗਿਆ ਇੱਕ, ਤੇ ਇੱਕ ਜਰਮਨ ਚਲਾ ਗਿਆ। ਅਗਰ ਤੁਸੀਂ ਸਾਡੇ ਸਿੱਖ ਚੈਨਲ ਦੇ ਜ਼ਰੀਏ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੀ ਸੰਗਤ ਆ ਜਾਂ ਪੰਜਾਬੀ ਲੋਕ ਕਮਿਊਨਿਟੀ ਆ, ਭਾਈਚਾਰਾ ਆ, ਤੁਹਾਡੀ ਕਿੱਦਾਂ ਮਦਦ ਕਰਨ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਵੀਰ ਭਰਾ ਇੱਥੇ ਆਏ ਨੇ, ਉਹ YouTube ਨਾਲ ਦੇਖ ਕੇ, ਸਿੱਖ ਚੈਨਲ ਦੇਖ ਕੇ ਉਹ ਕੰਟੈਕਟ ਕਰਨ। ਉਹ ਜੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਤੇ ਉਹ ਤੁਹਾਨੂੰ ਕੰਟੈਕਟ ਕਰਨ, ਤੇ ਫਿਰ ਤੁਸੀਂ ਉਹਨਾਂ ਨੂੰ ਗਾਈਡ ਕਰ ਦੇਣਗੇ ਕਿ ਬਾਈ ਤੁਸੀਂ ਇੱਥੇ ਜਾਣਾ, ਇੱਥੇ ਨਹੀਂ ਜਾਣਾ। ਬਸ ਫਿਰ ਇਹੀ ਹੈ ਕਿ ਤਾਂ ਕਿ ਉਹ ਸਾਰੇ ਸੇਫ ਰਹਿਣ, ਤੁਹਾਨੂੰ ਕੰਟੈਕਟ ਕਰਨਗੇ, ਕੁਛ ਆਪਣਾਪਣ ਲੱਗੂਗਾ, ਤੇ ਫਿਰ ਇੱਦਾਂ ਨਹੀਂ ਲੱਗੂਗਾ ਕਿ ਕੋਈ ਬੇਗਾਨਾ ਹੈ, ਤੇ ਫਿਰ ਕੋਈ ਇੱਦਾਂ ਨਹੀਂ ਆਊਗਾ ਕਿ ਕੋਈ ਇੱਦਾਂ ਬੇਗਾਨਾ ਟਰੀਟ ਕਰ ਰਿਹਾ। ਤਾਂ ਉਹਨਾਂ ਨੂੰ ਇੱਦਾਂ ਹੀ ਲੱਗੂਗਾ ਕਿ ਸਿੱਖ ਫੈਮਿਲੀ ਆ ਸਾਡੀ, ਆਪਾਂ ਨੂੰ ਟਰੀਟ ਅੱਛਾ ਕਰ ਰਹੇ ਨੇ, ਅੱਛਾ ਗਾਈਡ ਕਰ ਰਹੇ ਨੇ, ਤੇ ਤੁਸੀਂ ਸਿੱਖ ਫੈਮਿਲੀ ਨੂੰ ਕੰਟੈਕਟ ਕਰੋ, ਤੇ ਉਹਨਾਂ ਤੁਹਾਨੂੰ ਅੱਛਾ ਗਾਈਡ ਕਰਨਗੇ, ਤੇ ਤੁਹਾਨੂੰ ਅੱਛਾ ਰਾਹ ਦੇਵਾਂਗੇ ਕਿ ਕਿੱਥੇ ਜਾਣਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਪਰਮਿੰਦਰ ਸਿੰਘ। ਅਸੀਂ ਵੀ ਅਰਦਾਸ ਕਰਦੇ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਸੋਹਣਾ ਹੋਵੇ। ਦਰਸ਼ਕਾਂ ਨੂੰ ਪਤਾ ਹੈ ਕਿ ਗੁਰਬਾਣੀ ਵਿੱਚ ਬੜੇ ਮਹਾਰਾਜ ਨੇ ਸਾਨੂੰ ਵਿਖਿਆਨ ਦਿੱਤੇ ਹਨ ਕਿ ਪਰਮਾਤਮਾ ਦਾ ਹੁਕਮ ਹੈ, ਜਿੱਥੇ ਵੀ ਰੱਖਣਾ ਹੈ ਪਰਮਾਤਮਾ ਨੇ, ਜਿੱਥੇ ਵੀ ਖੜੇ ਹੋਣ ਨੂੰ ਕਹਿਣਾ ਹੈ ਉੱਥੇ ਹੀ ਪਹੁੰਚਣਾ ਹੈ। ਸੋ ਜਿੱਥੇ ਜਿੱਥੇ ਦਾ ਦਾਣਾ ਪਾਣੀ ਲਿਖਿਆ ਹੈ ਉਹ ਉੱਥੇ ਪਹੁੰਚ ਰਹੇ ਨੇ। ਆਓ ਤੁਹਾਨੂੰ ਇੱਕ ਮਨੀਪੁਰ ਤੋਂ ਇੱਕ ਨਿੱਕੀ ਬੱਚੀ ਆਈ ਹੈ, ਉਹਦੇ ਨਾਲ ਅਸੀਂ ਗੱਲ ਕਰਦੇ ਹਾਂ, ਉਹਦੇ ਅਨੁਭਵ ਲੈਂਦੇ ਹਾਂ, ਤੇ ਆਓ ਅਸੀਂ ਮਿਲਦੇ ਹਾਂ ਮਨੀਪੁਰ ਦੀ ਇੱਕ ਬੇਟੀ ਨੂੰ। ਹਾਂਜੀ ਪਰ ਦਰਸ਼ਕੋ, ਜਿਵੇਂ ਕਿ ਅੱਜ ਅਸੀਂ ਬਹੁਤ ਸਾਰੇ ਨੌਜਵਾਨ ਤਾਂ ਚਲੇ ਗਏ ਨੇ, ਕੁਝ ਨੌਜਵਾਨ ਇੱਥੇ ਆਏ ਨੇ, ਹਾਲੇ ਸ਼ਾਇਦ ਹੋਰ ਵੀ ਆਉਣਗੇ, ਕਿ ਉਹ ਜ਼ਿੰਦਗੀ ਦਾ ਜਿਹੜਾ ਚਾਲ ਚੱਲਣਾ ਹੈ ਉਹ ਚੱਲਦਾ ਰਹਿੰਦਾ ਹੈ ਸਮੇਂ-ਸਮੇਂ ਦੇ ਨਾਲ। ਸਾਡੇ ਨਾਲ ਮਨੀਪੁਰ ਤੋਂ ਇੱਕ ਨਿੱਕੀ ਬੇਟੀ ਜੁੜੀ ਹੈ ਸਾਡੇ ਨਾਲ, ਉਸ ਦਾ ਨਾਮ ਹੈ ਸਵੀਟੀ, ਤੇ ਉਹ ਪੰਜਾਬੀ ਨਹੀਂ ਬੋਲ ਸਕਦੀ, ਸੋ ਮਾਫੀ ਚਾਹੁੰਦੇ ਅਸੀਂ ਆਪਣੇ ਦਰਸ਼ਕਾਂ ਕਿ ਸਾਨੂੰ ਉਹਦੇ ਨਾਲ ਹਿੰਦੀ 'ਚ ਗੱਲ ਕਰਨੀ ਪੈਣੀ ਆ, ਜਾਂ ਫਿਰ स्वीटी ਤੁਹਾਨੂੰ सारी हिंदी में गलबात सुनाएगी। स्वीटी नमस्कार है। नमस्ते। और सिख चैनल के ऊपर आपका स्वागत है जी, धन्यवाद। अच्छा, आप अपनी स्टोरी सुनाओ हमारे दर्शकों को कि क्या हुआ, कैसे हुआ? जी, पहले तो हमें न्यूज़ सुनाई दी कि कीव में बॉम्बिंग हुआ। फिर उसके बाद सुबह जहाँ पे मैं रहती हूँ, नीजिन, उस सिटी के पास में भी बॉम्बिंग हुआ, और वहाँ पे 15 लोगों को चोट लगी, उन्हें हॉस्पिटल में ले जाया गया। फिर उसके बाद हमारे हॉस्टल में जितने भी लोग रहते थे, हम सबको नीचे मीटिंग में बुलाया। फिर मीटिंग में उन्होंने हमें बताया कि ऐसे ऐसे बॉम्बिंग वगैरह हो रहा है, और प्रिकॉशन इन्होंने सिखाया कि जो बॉम्ब शेल्टर है हमारी यूनिवर्सिटी के बिल्डिंग के नीचे, तो वहाँ पे वो ले गए, और उन्होंने बताया कि ऐसे अगर कभी अलार्म बजेगा, सायरन बजेगा, अगर वो सुनाई दिया तो सबको यहाँ पे तुरंत भाग के आना है। और इन्होंने ये भी बताया कि बैग में हमें इमरजेंसी थिंग्स, अपना डॉक्यूमेंट्स, और फिर खाने का सामान, पीने का, और कुछ कपड़े रखने के लिए बोला। फिर हम सब वो पैक करके रेडी रह रहे थे हमेशा, सुबह शाम, क्योंकि पता नहीं था कब बजेगा वो अलार्म। तो फिर
एक दिन अलार्म बजा, फिर सब भागे एक साथ बॉम्ब शेल्टर में। फिर हम उधर ही रहे, रात को हम उधर ही सोते थे। फिर सुबह जब रोशनी हो जाती थी तो हम हॉस्टल में वापस चले जाते थे। फिर सुबह शाम भी हमेशा मतलब एक दिन में 4 या 5 बार तो बज ही जाता है सायरन। तो बॉम्ब की आवाज़ भी सुनाई देती है और फायरिंग भी वगैरह सब सुनाई देता है। ऐसे 10-11 दिन तो हम उधर ही थे ऐसे ही। कभी हॉस्टल में ग्राउंड फ्लोर में रहते हैं या फिर कभी बॉम्ब शेल्टर में भागते हैं। हम वैसे 4th फ्लोर में रहते थे और उन्होंने हमें ग्राउंड फ्लोर में रूम दे दिया ताकि ज़्यादा सेफ्टी हो, ऊपर सेफ्टी नहीं था इसलिए। फिर उसके बाद 12वें दिन में हमारे यूनिवर्सिटी के जो टीचर्स थे वो हमारे पास आए। उन्होंने पूछा कि किस किस को जाना है, ऐसे कीव ले जाएंगे। तो उन्होंने एक गाड़ी अरेंज की। फिर उसमें हम चाइनीज़, इंडियंस और कुछ यूक्रेनियंस हम सब आए उस गाड़ी में कीव तक। फिर कीव से हम लवीव तक आए ट्रेन में। फिर वहाँ से लवीव से फिर पोलैंड तक हम ट्रेन में ही आए और ट्रेन टिकट वगैरह सब फ्री था। और जो गाड़ी हमें यूनिवर्सिटी से कीव लाई वो भी फ्री थी। और रेलवे स्टेशन में हर जगह खाने पीने का सामान भी सब फ्री में बांट रहे थे, दे रहे थे, कपड़े भी। तो वो बहुत अच्छी बात थी। और पोलैंड में भी सिम वगैरह सब कुछ फ्री में ही मिल गया। फिर उसके बाद हम इंडियंस 3 थे साथ में। तो यहाँ गुरुद्वारा का पता मेरे फ्रेंड को पता था तो उसने बताया और फिर हम सब साथ में आए। और तब से मैं यहीं पे रह रही हूँ। 4-5 दिन तो हो गए। मेरे फ्रेंड्स तो वापस चले गए। प्रीति, हमको मालूम हुआ है कि जर्मन की कॉलेजेस ने, यूनिवर्सिटी ने भी वो जो स्टूडेंट हैं इंडिया वाले उनको एडमिशन देने का प्लान बना लिया है। आपने कुछ मालूम किया जहाँ आपकी क्या प्लान आगे आपकी क्या प्लान है? जो आप पढ़ती थी वो कैसे उसको जारी कैसे रख सकेंगी आप? जर्मनी का जहाँ तक मैंने सुना है वो सिर्फ मेडिकल के लिए है शायद। तो मैं तो मेडिकल स्टूडेंट नहीं हूँ तो नहीं कर पाऊँगी। तो आपका अभी आप जो यहाँ का गुरुद्वारा साहब के जो सेवादार हैं, सेवा करते हैं, उनके बारे में क्या कहेंगी? तो आपका फिर आगे का क्या प्लान है, क्या ड्रीम है? आप तुम्हारे पेरेंट्स कैसे फील करते हैं, कैसे महसूस करते हैं? को आप उनसे इन टच रहते हैं, वो क्या महसूस करते हैं? ये बातें बताओ हमको। जी, पेरेंट्स के साथ तो हमेशा टच में ही रहती हूँ। और वैसे यहाँ यहाँ ये मतलब गुरुद्वारा का जो पता चला हमें उसके बाद मुझे बहुत अच्छा लगा, क्योंकि हम अगर ये जगह नहीं पता चलती तो पता नहीं हम कहाँ रहते, कैसे रहते, खाते पीते या क्या करते, शायद भूखे ही रहते। लेकिन यहाँ का पता चला। फिर उसके बाद ये मेरा फ़र्स्ट टाइम भी है कि मैं गुरुद्वारा में आई हूँ। ये मेरा फ़र्स्ट डे है। मुझे यहाँ का जो मतलब रूल्स रेगुलेशन जो बोलते हैं वो भी इतना नहीं पता। यहाँ आके मुझे पता चला सब। यहाँ पे लोग भी सब अच्छे हैं, सब हेल्प करते हैं। और कोई भी प्रॉब्लम हो हम उनसे शेयर करते हैं और वो हमेशा हेल्प करते हैं। खाने पीने का भी बहुत अच्छा है, मतलब घर के जैसा ही है, घर से भी ज़्यादा है मतलब अच्छा भी है। और सब फैमिली जैसी है, यानी कि अलग अलग जगह से आए हैं लेकिन फिर भी सब फैमिली जैसे रहते हैं। कोई हमें रोज़ कोई आता है, कोई जाता है, तो अच्छा लगता है। वैसे आगे क्या करना है? आगे मैं पुर्तगाल जाऊंगी। मेरा उसी का प्लान है अभी तक, लेकिन फाइनल नहीं हुआ है। ਚਲੋ ਸ਼ੁਕਰੀਆ, ਬਹੁਤ ਬਹੁਤ ਸਵੀਟੀ ਜੇ ਥੀ। ਸਵੀਟੀ, ਜਿਵੇਂ ਕਿ ਸਾਨੂੰ ਸਨੀ ਸਾਹਿਬ ਨੇ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਨੌਜਵਾਨ ਨੇ ਜਿਹੜੇ ਉਹ ਪੁਰਤਗਾਲ ਜਾ ਰਹੇ ਨੇ। ਖਾਸ ਤੌਰ ਦੇ ਉੱਤੇ ਇੱਕ ਜਿਹੜੀ ਸਭ ਤੋਂ ਵਧੀਆ ਜਿਹੜੀ ਚੀਜ਼ ਦੇਖਣ ਵਾਲੀ ਇਹ ਆਈ ਆ ਕਿ ਜਿੰਨੇ ਵੀ ਯੂਰਪੀਅਨ ਕੰਟਰੀ ਹੈਗੇ ਆ, ਜਿਹੜੇ ਵੀ ਪੋਲੈਂਡ ਦੇ ਨਾਲ ਨਾਲ ਲੱਗਦੇ ਆ ਜਾਂ ਯੂਕਰੇਨ ਦੇ ਨਾਲ ਨਾਲ ਜਿਹਨਾਂ ਦੀਆਂ ਸਰਹੱਦਾਂ ਲੱਗਦੀਆਂ ਨੇ, ਪੋਲੈਂਡ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਜੇ ਕਹਿ ਦਈਏ 5 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਇੱਥੇ ਪੋਲੈਂਡ ਦੇ ਵਿੱਚ ਆਏ ਆ। ਅਤੇ ਉਸ ਤੋਂ ਬਾਅਦ ਜਿਹੜੀਆਂ ਸੰਗਤਾਂ ਨੂੰ ਇਹ ਪਤਾ ਲੱਗਿਆ ਹੈ ਕਿ ਇੱਥੇ ਬਹੁਤ ਨੌਜਵਾਨ ਆਏ ਨੇ ਅਤੇ ਉਹਨਾਂ ਨੇ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਨਾਲ ਦੀ ਨਾਲ ਦੱਸਿਆ ਹੈ ਕਿ ਰੋਮਾਨੀਆ, ਸਲੋਵਾਕੀਆ, ਹੰਗਰੀ, ਮੋਲਡੋਵਾ ਅਤੇ ਉਸ ਤੋਂ ਅੱਗੇ ਫਿਰ ਜਰਮਨ ਦੇ ਰਾਹੀਂ ਜਾਂ ਫਰਾਂਸ ਦੇ ਰਾਹੀਂ ਬਹੁਤ ਸਾਰੇ ਨੌਜਵਾਨ ਨੇ
ਉਹ ਫ੍ਰੀ ਟਰਾਂਸਪੋਰਟ ਦਾ ਜਿਹੜਾ ਫਾਇਦਾ ਉਠਾ ਕੇ, ਕੋਈ ਪੁੱਛਗਿੱਛ ਨਹੀਂ ਹੈਗੀ, ਜਿਹੜੀ ਸਭ ਤੋਂ ਵਧੀਆ ਗੱਲ ਹੈਗੀ ਆ, ਇੱਕ ਇਨਸਾਨੀਅਤ ਨਾਤੇ ਤੌਰ ਦੇ ਉੱਤੇ ਇੰਨੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ, ਤਾਂ ਨੌਜਵਾਨਾਂ ਨੂੰ ਉਸ ਦਾ ਫਾਇਦਾ ਉਠਾਉਣਾ ਚਾਹੀਦਾ। ਇਹ ਵੀ ਪਤਾ ਲੱਗਿਆ ਕਿ ਪੁਰਤਗਾਲ ਦੇ ਵਿੱਚ ਵੀ ਉਹਨਾਂ ਨੂੰ ਕਬੂਲਿਆ ਜਾ ਰਿਹਾ ਹੈਗਾ ਕਿ ਕੋਈ ਉਹ ਚੈਕਿੰਗ ਨਹੀਂ ਹੈਗੀ, ਕੋਈ ਤੰਗੀ ਨਹੀਂ ਦੇ ਰਹੇ ਹੈਗੇ, ਕਿਉਂਕਿ ਜਿਹੜੀ ਲੜਾਈ ਆ ਇਹਦਾ ਸਾਰਿਆਂ ਉੱਤੇ ਬੜਾ ਭੈੜਾ ਅਸਰ ਹੋਇਆ। ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਅਸੀਂ ਹੋਰ ਜਿਹੜੀ ਰਿਪੋਰਟਿੰਗ ਹੈਗੀ ਆ ਉਹ ਅਸੀਂ ਦਿੰਦੇ ਰਵਾਂਗੇ ਕਿ ਜਿਹੜੀਆਂ ਹਾਲੇ ਵੀ ਟ੍ਰੇਨਾਂ ਭਰ ਕੇ ਉੱਥੋਂ ਆ ਰਹੀਆਂ ਨੇ, ਕਿ ਲੜਾਈ ਦਾ ਹਾਲੇ ਕੁਛ ਨਹੀਂ ਪਤਾ ਕਿ ਕਦੋਂ ਖਤਮ ਹੋਣੀ ਆ, ਕਦੋਂ ਕੀ ਇਸ ਦਾ ਅੰਤ ਹੋਵੇਗਾ, ਕਿਵੇਂ ਇਸ ਦਾ ਅੰਤ ਹੋਵੇਗਾ। ਤਾਂ ਜਿਹੜੀਆਂ ਲੋਕ ਉੱਥੇ ਬਿਲਡਿੰਗਾਂ ਢਹਿ ਰਹੀਆਂ ਨੇ, ਇਮਾਰਤਾਂ ਢਹਿ ਰਹੀਆਂ ਨੇ, ਇੰਨਾ ਨੁਕਸਾਨ ਹੋ ਰਿਹਾ ਹੈ, ਉਹਦਾ ਖਾਤਮਾ ਕਦੋਂ ਹੋਵੇਗਾ, ਇਹਦੇ ਬਾਰੇ ਕੁਛ ਨਹੀਂ ਪਤਾ। ਸੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੁਝ ਹੋਰ ਸਾਨੂੰ ਸੰਗਤ ਮਿਲੇਗੀ, ਉਹਨਾਂ ਦੇ ਨਾਲ ਜ਼ਰੂਰ ਅਸੀਂ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਤੇ ਫਿਲਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਲਓ ਦਰਸ਼ਕੋ, ਸਾਨੂੰ ਇਹ ਕ੍ਰਾਈਸਿਸ ਹੈ ਇਸ ਵੇਲੇ, ਸਾਰੀ ਦੁਨੀਆ ਦੇ ਉੱਤੇ ਇਸ ਦੀ ਗੱਲਬਾਤ ਹੋ ਰਹੀ ਹੈ, ਬੋਲਬਾਲਾ ਹੈ ਇਸ ਵੇਲੇ। ਪਰ ਉਸ ਨੂੰ ਕਵਰ ਕਰਨ ਵਾਸਤੇ ਜਦੋਂ ਅਸੀਂ ਪੋਲੈਂਡ ਪਹੁੰਚੇ ਹਾਂ, ਤੇ ਪੋਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਨੂੰ ਸਾਡੀ ਆਸ ਤੋਂ ਵੀ ਉਲਟ ਇਹੋ ਜਿਹੇ ਸਾਨੂੰ ਨੌਜਵਾਨ ਮਿਲੇ ਜਿਹੜੇ ਕਿ ਯੂਕਰੇਨ ਦੇ ਵਿੱਚੋਂ ਇਸ ਤਸ਼ੱਦਦ ਦਾ ਸ਼ਿਕਾਰ ਹੋਏ। ਤੇ ਨਾਲ ਦੀ ਨਾਲ ਜਦੋਂ ਅਸੀਂ ਗੁਰਦੁਆਰਾ ਸਿੰਘ ਸਭਾ ਪਹੁੰਚੇ, ਭਾਈ ਅਮਰੀਕ ਸਿੰਘ ਜੀ ਦੇ ਨਾਲ ਸਨੀ ਸਿੰਘ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ। ਤੇ ਇਸ ਵੇਲੇ ਸਾਡੇ ਨਾਲ ਜੁੜੇ ਨੇ ਜਿਹੜੀ ਇੱਕ ਮਹਾਨ ਸ਼ਖਸੀਅਤ, ਮੈਂ ਤਾਂ ਕਹੂੰਗਾ ਆਪਣੇ ਸ਼ਬਦਾਂ ਦੇ ਵਿੱਚ, ਭਾਈ ਸਾਹਿਬ ਚਰਨਜੀਤ ਸਿੰਘ ਜੀ। ਉਹ ਆਪਣੇ ਜ਼ਿੰਦਗੀ ਬਾਰੇ ਦੱਸਣਗੇ, ਆਪਣੇ ਤਜਰਬੇ ਬਾਰੇ ਦੱਸਣਗੇ। ਤੇ ਆਓ ਪਹਿਲਾਂ ਅਸੀਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਜੀ। ਭਾਈ ਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿਓ, ਤੇ ਉਸ ਤੋਂ ਬਾਅਦ ਫਿਰ ਅਗਲੀ ਗੱਲਬਾਤ ਆਪਾਂ ਸ਼ੁਰੂ ਕਰਾਂਗੇ। ਮੇਰਾ ਜਨਮ ਸਥਾਨ ਅੰਮ੍ਰਿਤਸਰ ਹੈ। ਮੈਂ ਜਨਮ ਸਥਾਨ ਅੰਮ੍ਰਿਤਸਰ, ਤੇ ਮੈਂ ਫਿਰ ਬਟ ਮੈਂ ਸਿੰਗਾਪੁਰ ਦਾ ਨੈਸ਼ਨਲ ਹਾਂ। ਅੱਛਾ ਜੀ। ਤੇ ਮੈਨੂੰ ਸਿੰਗਾਪੁਰ ਛੱਡਿਆ ਹੁਣ 28 ਇਅਰਸ ਹੋ ਗਏ ਨੇ, ਤੇ ਮੈਂ ਇੱਥੇ ਪੋਲੈਂਡ 'ਚ ਰਹਿੰਦਾ ਪਿਆ। ਤੁਸੀਂ ਸਿੰਗਾਪੁਰ ਕਦੋਂ ਗਏ ਸੀ ਅੰਮ੍ਰਿਤਸਰ ਛੱਡ ਕੇ? ਜਦੋਂ ਬੜਾ ਛੋਟਾ ਸਾਂ, 1 ਸਾਲ ਜਾਂ 2 ਸਾਲ ਦਾ ਸੀ। ਅੱਛਾ। ਹਾਂਜੀ, ਮੇਰੀ ਮਾਂ-ਬਾਪ ਜਦੋਂ ਪਾਰਟੀਸ਼ਨ ਹੋਈ ਸੀ ਨਾ, ਉਦੋਂ ਮੂਵ ਹੋ ਗਏ ਸਨ ਸਿੰਗਾਪੁਰ, ਵਾਪਸ ਆਏ ਸਨ ਤੇ ਵਿਜ਼ਿਟ ਵਾਸਤੇ ਅੰਮ੍ਰਿਤਸਰ। ਤੇ ਮੈਂ ਪੈਦਾ ਹੋਇਆ ਸੀ, ਪਹਿਲੇ ਦਿਨ ਉਹ ਨੈਸ਼ਨਲ ਹੋ ਗਏ ਸਨ ਸਿੰਗਾਪੁਰ ਦੇ। ਇੱਥੇ ਪੋਲੈਂਡ ਵਿੱਚ ਆਉਣ ਦਾ ਤੁਹਾਡਾ ਕੀ ਸਬਬ ਬਣਿਆ? ਤੁਹਾਨੂੰ ਕਿਹੜੀ ਚੀਜ਼ ਖਿੱਚ ਕੇ ਲਿਆਈ ਇੱਥੇ ਨੂੰ? ਮੈਂ ਐਕਚੁਅਲੀ ਛੁੱਟੀ ਵਾਸਤੇ ਆਇਆ ਸੀ, ਮੈਨੂੰ ਬੜਾ ਪਸੰਦ ਆਈ ਸੀ ਇਹ ਸ਼ਹਿਰ, ਇਹ ਦੇਸ਼। ਤੇ ਮੈਂ ਫਿਰ ਸੋਚਿਆ ਸੀ ਮੈਂ ਇੱਥੇ ਘਰ ਬਸਾਵਾਂਗਾ, ਤੇ ਮੈਂ ਇੱਥੇ ਰਿਹਾ ਹਾਂ, ਫਿਰ ਘਰ ਬਸਾ ਲਿਆ ਫਿਰ। ਤੇ ਇਹ ਦੱਸੋ, ਤੁਸੀਂ 28 ਸਾਲ ਤੋਂ ਰਹਿ ਰਹੇ ਹੋ, ਤੇ ਗੁਰਦੁਆਰਾ ਸਾਹਿਬ ਤੇ ਸਾਨੂੰ ਪਤਾ ਲੱਗਾ ਕਿ ਬਹੁਤ ਪੁਰਾਣਾ ਨਹੀਂ ਹੈ। ਤੇ ਜਦੋਂ ਮੈਂ ਆਇਆ ਸਾਂ ਉਦੋਂ ਗੁਰਦੁਆਰਾ ਹੈਗਾ ਨਹੀਂ ਸੀ। ਅਸੀਂ ਰਲ ਕੇ ਫਿਰ ਗੁਰਦੁਆਰਾ ਸ਼ੁਰੂ ਕੀਤਾ ਸੀ ਇੱਥੇ। ਤੇ ਅਮਰੀਕ ਸਿੰਘ ਵੀ ਜਾਂਦੇ ਨੇ, ਮੈਂ ਉਹਨਾਂ ਨੂੰ ਲੈਣ ਵਾਸਤੇ 에ਅਰਪੋਰਟ ਗਿਆ ਸਾਂ, ਤੇ ਉਹ ਸਾਡੀ ਪਹਿਲੇ ਗਿਆਨੀ ਸਨ। ਹਾਂਜੀ। ਤੇ ਜੇ ਸਿੰਘ ਜੀ ਬੜੀ ਸੇਵਾ ਕਰ ਰਹੇ ਹੈਗੇ ਆ। ਜੇ ਸਿੰਘ ਨੇ ਗੁਰਦੁਆਰਾ ਸ਼ੁਰੂ ਕੀਤੇ ਸਨ। ਤੁਸੀਂ ਜੋ ਇਹ ਹੁਣ ਜਿਹੜਾ ਯੂਕਰੇਨ ਰਸ਼ੀਆ ਦਾ ਕ੍ਰਾਈਸਿਸ ਹੈਗਾ, ਜਿਹੜੀ ਜੰਗ ਲੱਗੀ ਹੈਗੀ ਆ, ਉਹਦੇ ਬਾਰੇ ਪਹਿਲਾਂ ਆਪਣੇ ਸ਼ਬਦਾਂ 'ਚ ਕੀ ਕਹਿਣਾ ਚਾਹੁੰਦੇ ਆ? ਇਹ ਜੰਗ ਤੋਂ ਪਹਿਲੇ ਮੇਰਾ ਤੇ 5 ਸਾਲ ਦਾ ਸੇਵਾ ਚੱਲਦੀ ਪਈ ਹੈ। ਮੇਰੀ ਐਸੋਸੀਏਸ਼ਨ ਹੈਗੀ ਹੈ ਵਾਸੋ ਸੇਵਾ, ਤੇ ਮੈਂ ਆਪਣਾ ਜਿਹੜਾ ਕੰਮਕਾਰ, ਮੈਂ ਰੈਸਟੋਰੈਂਟ ਚਲਾਉਂਦਾ ਸਾਂ। ਮੈਂ ਆਪਣਾ ਕੰਮਕਾਰ ਛੋੜ ਕੇ, ਮੇਰਾ ਰੈਸਟੋਰੈਂਟ ਵਿਕਰੀ ਕਰਕੇ, ਤੇ ਮੈਂ ਇਹ ਸੇਵਾ 'ਤੇ ਲੱਗਿਆ ਹੋਇਆ 5 ਸਾਲ ਹੋ ਗਏ ਨੇ ਮੈਨੂੰ। ਜਿਹੜੇ ਗਰੀਬ ਨੇ, ਜਿਹੜੇ ਬੇਘਰ ਨੇ, ਜਿਨ੍ਹਾਂ ਨੂੰ ਭੁੱਖ ਲੱਗੀ ਹੈ, ਉਹਨਾਂ ਨੂੰ ਅਸੀਂ ਸ਼ਹਿਰ ਵਿੱਚ ਜਾ ਕੇ ਤੇ ਖਵਾਉਂਦੇ ਹਾਂ। ਜਦੋਂ ਪੈਂਡੈਮਿਕ ਹੋਇਆ ਸੀ ਕੋਵਿਡ ਦਾ, ਤੇ ਜਿਹੜੇ ਵੀ ਦੂਸਰੇ ਹੈਗੇ ਸਨ ਜਿਹੜੇ ਖਾਣਾ ਖਵਾਉਂਦੇ ਸਨ, ਜਿਹੜੇ ਸੂਪ ਕਿਚਨ ਸਨ, ਉਹਨਾਂ ਨੇ ਬੰਦ ਕੀਤਾ ਸੀ। ਸੋ ਮੈਂ 3 ਦਿਨ ਤੋਂ 6 ਦਿਨ ਕਰ ਦਿੱਤਾ ਸੀ, ਤੇ ਮੈਂ ਲਗਾਤਾਰ ਉਹਨਾਂ ਨੂੰ ਖਾਣਾ ਦਿੰਦਾ ਰਿਹਾ ਵਾਂ। ਤੇ ਹੁਣ ਜਦੋਂ NGO ਸਾਰੇ ਖੁੱਲ੍ਹ ਗਏ ਨੇ ਤੇ ਖਾਣਾ ਦਿੰਦੇ ਪਏ, ਹੁਣ ਮੈਂ ਸਿਰਫ ਫਰਾਈਡੇ, ਸੈਟਰਡੇ, ਸੰਡੇ ਕਰਦਾ ਰਿਹਾ ਵਾਂ। ਇਹ ਵੀ ਕ੍ਰਾਈਸਿਸ ਤੋਂ ਪਹਿਲੇ। ਜਦੋਂ ਕ੍ਰਾਈਸਿਸ ਸ਼ੁਰੂ ਹੋਈ ਤੇ ਸਾਨੂੰ ਪਤਾ ਸੀ ਕਿ ਜਿਹੜੇ ਇੰਡੀਅਨ ਸਟੂਡੈਂਟਸ ਆਉਂਦੇ ਪਏ ਨੇ ਬਾਰਡਰ ਕ੍ਰੋਸ ਕਰਕੇ, ਉਹਨਾਂ ਨੂੰ ਥੋੜ੍ਹੀ ਤਕਲੀਫ ਹੁੰਦੀ ਪਈ ਸੀ ਖਾਣਾ ਵਾਸਤੇ। ਸੋ ਮੈਂ ਇੱਕ ਦਿਨ ਨਾ ਮੈਂ ਪੂਰਾ ਉੱਥੇ ਗਿਆ ਖਾਣਾ ਖੁਣਾ ਲੈ ਕੇ, ਤੇ ਮੈਂ ਉਹਨਾਂ ਨੂੰ ਉੱਥੇ ਖਾਣਾ ਖਵਾਇਆ। ਤੇ ਫਿਰ ਦੂਸਰੇ ਦਿਨ ਵੀ ਗਏ ਸਾਂ, ਪਰ ਹੁਣ ਫਿਰ ਉੱਥੇ ਜਿਹੜੇ ਸਟੂਡੈਂਟਸ ਹੁਣ ਘੱਟ ਹੋ ਗਏ ਨੇ। ਹੁਣ ਜਿਹੜੀ ਮੇਰੀ ਮੇਨ ਇੱਕ ਮਿੰਟ, ਤੁਸੀਂ ਇੱਥੋਂ ਕਿਹੜੀ ਜਗ੍ਹਾ ਤੁਸੀਂ ਗਏ ਸੀ? ਬਾਰਡਰ ਤੇ। ਕਿੰਨੀ ਦੂਰ ਹੈ? ਬਾਰਡਰ ਤੇ ਇੱਥੋਂ ਤੋਂ 5 ਘੰਟੇ ਦੂਰ ਸੀ। ਅੱਛਾ। ਅਸੀਂ ਮੈਂ 3 ਬਾਰਡਰ ਤੇ ਗਿਆ ਸਾਂ, ਤੇ ਪਤਾ ਲੱਗਿਆ ਸੀ ਕਿ ਜੀ ਇੰਡੀਅਨ ਸਟੂਡੈਂਟ ਇੱਕ ਬਾਰਡਰ ਵਿੱਚ ਨੇ, ਤੇ ਅਸੀਂ ਉੱਥੇ ਪਹੁੰਚ ਗਏ ਸਾਂ। ਤੇ ਮੈਂ ਪੂਰਾ ਦਿਨ ਲਗਾਇਆ ਸੀ ਉੱਥੇ ਬਾਰਡਰਾਂ ਤੇ, 3 ਬਾਰਡਰਾਂ ਤੇ ਜਾ ਕੇ ਉਹਨਾਂ ਨੂੰ ਖਾਣਾ ਖਵਾਇਆ ਸੀ। ਤੇ ਹੁਣ ਮੇਰਾ ਕ੍ਰਾਈਸਿਸ ਦੇ ਮੂਵਮੈਂਟ ਤੇ ਅਸੀਂ ਹੁਣ ਵਾਸੋ ਸੇਵਾ ਰੈਫਿਊਜੀ ਏਡ ਸ਼ੁਰੂ ਕੀਤੀ ਹੈ। ਅੱਛਾ ਜੀ। ਰੈਫਿਊਜੀ ਦੀ ਏਡ ਕਰਨੀ ਹੈ। ਜਿੱਥੇ ਵੀ ਉਹਨਾਂ ਨੂੰ ਖਾਣਾ ਹੈ, ਮੈਨੂੰ ਟੈਲੀਫੋਨ ਆ ਜਾਂਦਾ ਹੈ ਕਿ ਉਹਨਾਂ ਨੂੰ ਕੱਲ ਇੱਥੇ 300 ਆਦਮੀ ਦਾ ਜਾਂ 200 ਆਦਮੀ ਦਾ, ਮੇਰੀ ਆਪਣੀ ਰਸੋਈ ਹੈ ਤੇ ਆਪਣਾ ਸਭ ਕੁਝ ਹੈਗਾ, ਤੇ ਅਸੀਂ ਖਾਣਾ ਬਣਾ ਕੇ ਉੱਥੇ ਪਹੁੰਚਾ ਦਿੰਦੇ ਹਾਂ। ਤੇ ਇੱਥੇ ਮੰਦਿਰ ਵੀ, ਮੈਂ ਜਦੋਂ ਸਟੂਡੈਂਟਸ ਦੇ ਮੰਦਿਰ ਵਿੱਚ ਰਹਿੰਦੇ ਪਏ ਸਨ, ਤੇ ਮੈਂ 2 ਵਾਰੀ ਉਹਨਾਂ ਦਾ ਖਾਣਾ ਵੀ ਖਾਣਾ। ਸਾਡਾ ਇਹ ਕਿ ਸਾਡਾ ਫਿਕਸ ਨਹੀਂ, ਸਾਡਾ ਫਿਕਸ ਹੈਗਾ ਸੀ ਫਰਾਈਡੇ, ਸੈਟਰਡੇ, ਸੰਡੇ, ਜਿੱਥੇ ਅਸੀਂ ਲੋਕਲ ਗਰੀਬਾਂ ਨੂੰ, ਲੋਕਲ ਬੇਘਰਾਂ ਨੂੰ, ਗਲੋਬਲ ਜਿਹੜੇ ਭੁੱਖੇ ਨੇ ਉਹਨਾਂ ਨੂੰ ਦਿੰਦੇ ਹਾਂ ਖਾਣਾ। ਇਸ ਤੋਂ ਇਲਾਵਾ ਜਿੱਥੇ ਵੀ ਸਾਨੂੰ ਟੈਲੀਫੋਨ ਆ ਜਾਂਦਾ ਹੈ ਏਡ ਵਾਸਤੇ, ਤੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ।
ਇੱਕ ਮੈਂ ਤੁਹਾਨੂੰ ਥੋੜ੍ਹੀ ਗੱਲ ਸਵਾਲ ਪੁੱਛਣਾ ਹੈਗਾ ਕਿ ਸਾਨੂੰ ਪਤਾ ਕਿ 47 ਦਾ ਜਿਹੜਾ ਵਾਕਿਆ ਹੋਇਆ ਸੀਗਾ, ਅਸੀਂ ਤਾਂ ਹੈ ਹੀ ਨਹੀਂ ਸੀਗੇ ਉਦੋਂ, ਸ਼ਾਇਦ ਤੁਸੀਂ ਵੀ ਨਹੀਂ ਦੇਖਿਆ ਹੋਵੇਗਾ। ਉਸ ਵਾਕਿਆ ਤੋਂ ਬਾਅਦ ਜਿਹੜਾ ਹੁਣ ਇਸ ਵੇਲੇ ਕ੍ਰਾਈਸਿਸ ਆਇਆ, ਤੁਸੀਂ ਜਿਹੜੇ ਬੱਚੇ ਉੱਥੋਂ ਆਏ ਜਾਂ ਉਹਨਾਂ ਦੀ ਜਿਹੜੀ ਹਾਲਤ ਵੇਖੀ, ਤੁਸੀਂ ਕੀ ਮਹਿਸੂਸ ਕੀਤਾ? ਬੱਚੇ ਵੀ ਉਹ ਜਿਹੜੇ ਇੰਡੀਅਨ ਦੇ ਬੱਚੇ ਤੁਸੀਂ ਕਹਿੰਦੇ ਉਹ ਸਟੂਡੈਂਟ ਫਿਰ ਵੀ ਵੱਡੇ ਉਮਰ ਦੇ ਨੇ, ਉਹਨਾਂ ਨੂੰ ਹੋਸ਼ ਹੈਗੀ ਹੈ। ਜਿਹੜੇ ਮੈਂ ਯੂਕਰੇਨੀਅਨ ਬੱਚੇ ਦੇਖੇ ਨੇ ਕੈਂਪ ਵਿੱਚ ਰੁਲਦੇ ਪਏ, ਉਹਨਾਂ ਨੂੰ ਕੁਝ ਨਹੀਂ ਪਤਾ। ਜਿਹੜਾ ਐਕਸਪੋ ਸੈਂਟਰ ਹੈਗਾ ਸਾਰਾ, ਉੱਥੇ ਹੈਗੇ 14,000 ਰੈਫਿਊਜੀਜ਼ ਨੇ, ਲੇਡੀਜ਼। ਕਿਹੜੀ ਜਗ੍ਹਾ ਹੈ ਐਕਸਪੋ ਸੈਂਟਰ? ਕਿਹੜੀ ਜਗ੍ਹਾ? ਇੱਥੇ ਵਾਰਸਾ ਵਿੱਚ। ਵਾਰਸਾ ਤੋਂ ਬਾਹਰ ਹੈ, ਨਾਤਾਜਨ ਕਹਿੰਦੇ ਨੇ। ਅਸੀਂ ਉਸਨੂੰ 2 ਵਾਰੀ ਖਾਣਾ ਦਿੱਤਾ ਉੱਥੇ। ਤੇ ਉੱਥੇ ਜਿਹੜੇ ਬੱਚੇ ਸਮਝ ਲਓ ਕਿ ਉਹ ਹਾਊਸ ਅਰੈਸਟ ਨਹੀਂ ਹੁੰਦਾ। ਸੌਰੀ ਮੈਂ ਕਹਿੰਦਾ ਵੀ ਜਿਹਦਾ ਹਾਊਸ ਅਰੈਸਟ ਹੈ ਨਾ, ਉੱਥੇ ਉਹ ਬਾਹਰ ਨਹੀਂ ਜਾ ਸਕਦੇ, ਕਿਤੇ ਜਾ ਹੀ ਨਹੀਂ ਸਕਦੇ। ਉਹ ਜਾ ਨਹੀਂ ਸਕਦੇ ਬਿਕੋਜ਼ ਉਹਨਾਂ ਨੂੰ ਡਰ ਹੈ ਕਿ ਕੁਝ ਹੋ ਜਾਏਗਾ ਜਾਂ ਕੁਝ ਕੋਈ ਲੈ ਜਾਏਗਾ। ਸੋ ਉਹਨਾਂ ਨੂੰ ਕਮਰੇ ਵਿੱਚ ਮੈਂ ਦਾਖਲ ਕਰਨਾ ਨਹੀਂ ਚਾਹੁੰਦਾ, ਪਰ ਦਾਖਲ ਕਰਕੇ ਰੱਖਿਆ ਹੋਇਆ। ਉੱਥੇ ਉਹਨਾਂ ਨੂੰ ਠੀਕ ਹੈ ਖਿਡੌਣੇ ਦਿੱਤੇ ਹੋਏ ਨੇ, ਉਹਨਾਂ ਦੀ ਕੀਤੀ ਹੋਈ ਸਾਈਕਾਇਟਰਿਸਟ ਵੀ ਹੈਗੇ ਨੇ ਤੇ ਟੀਚਰਾਂ ਵੀ ਹੈਗੇ ਨੇ, ਪਰ ਫਿਰ ਵੀ ਜਿਹੜੀ ਫਰੈਸ਼ 에ਅਰ ਜਿਹੜੀ ਸਨਲਾਈਟ ਹੈ ਉਹ ਉਹਨਾਂ ਨੂੰ ਮਿਲਦੀ ਪਈ। ਉਹਨਾਂ ਨੂੰ ਦੇਖ ਕੇ ਦਿਲ ਦੁੱਖ ਹੁੰਦਾ ਹੈ, ਉਹ ਵੱਡੀ ਚੀਜ਼ ਹੈ। ਤੇ ਹੁਣ ਤੁਸੀਂ ਦੇਖੋ, ਚਲੋ ਹਾਲਾਤ ਤੇ ਹੁਣ ਸੁਧਰ ਰਹੇ ਨੇ ਜਾਂ ਕਰੋਨਾ ਵੀ ਖਤਮ ਹੋ ਗਿਆ ਹੈ, ਪਰ ਤੁਹਾਡੀ ਸੇਵਾ ਤਾਂ ਖਤਮ ਹੋ ਗਿਆ ਤੁਹਾਡੀ ਲਗਾਤਾਰ। ਬਰਤਾਨੀਆ ਵਿੱਚ ਤਾਂ ਸਾਡੇ ਹੁਣ ਸਾਰੇ ਕਾਨੂੰਨ ਨੂੰ ਖਤਮ ਕਰਤੇ ਹੈਗੇ ਆ। ਨਿਊ ਸਾਈਕਲ ਹੁੰਦੀ ਹੈ ਨਾ, ਹੁਣ ਜਿਹੜੀ ਕਰੋਨਾ ਦੀ ਨਿਊ ਸਾਈਕਲ ਖਤਮ ਹੋ ਗਈ ਨਾ, ਇੱਕ ਵਾਰ ਦੀ ਨਿਊ ਸਾਈਕਲ ਆ ਗਈ ਹੈ, ਪਰ ਕਰੋਨਾ ਅਜੇ ਵੀ ਹੈਗਾ ਹੈ। ਅਜੇ ਵੀ ਹੈਗਾ। ਇਹ ਅਸੀਂ ਦੇਖਿਆ ਇੱਥੇ ਆ ਕੇ, ਜਿਹੜਾ ਕਿ ਬਰਤਾਨੀਆ ਵਿੱਚ, ਯੂਕੇ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈਗੀ, ਸਾਰੇ ਕਾਨੂੰਨ ਹੀ ਖਤਮ ਕਰ ਦਿੱਤੇ ਆ। ਜਦੋਂ ਅਸੀਂ ਇੱਥੇ ਆ ਕੇ ਦੇਖਿਆ ਜਾਂ ਫਲਾਈਟ ਵਿੱਚ ਵੀ ਦੇਖਿਆ, ਤੇ ਸਾਨੂੰ ਮਾਸਕ ਪਾਉਣਾ ਪੈਂਦਾ ਆ। ਇੱਥੇ ਕਾਫੀ ਸਖਤੀ ਹੈਗੀ ਆ, ਮੈਂ ਤੁਹਾਡੀ ਗੱਲ ਸਮਝਦਾ ਆ। ਤੇ ਤੁਸੀਂ ਹੁਣ ਸਿੱਖ ਚੈਨਲ, ਤੁਹਾਨੂੰ ਪਤਾ ਕਿ 13 ਸਾਲ ਹੋ ਗਏ ਨੇ ਔਰ ਵਿਸਾਖੀ ਨੂੰ ਇਹ 13ਵਾਂ ਆਪਣੀ ਵਰ੍ਹੇਗੰਢ ਮਨਾ ਰਹੇ ਹੈਗੇ ਆ। ਤੁਸੀਂ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ, ਜਾਂ ਹੋਰ ਤੁਸੀਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਸੰਗਤਾਂ ਨੂੰ, ਸਿੱਖ ਸੰਗਤਾਂ ਨੂੰ ਕਿਹੋ ਜਿਹੀ ਅਪੀਲ ਕਰਨੀ ਚਾਹੁੰਦੇ? ਮੈਂ ਕਹਾਂਗਾ ਵਿਸਾਖੀ ਤੋਂ ਪਹਿਲੇ ਸਾਰੇ ਅਰਦਾਸ ਕਰੋ ਕਿ ਇਹ ਜੰਗ ਖਤਮ ਹੋ ਜਾਏ। ਸਭ ਤੋਂ ਵੱਡੀ ਸਾਡੀ ਸਿੱਖਾਂ ਦੀ ਅਰਦਾਸ, ਜੇ ਗੁਰੂ ਜੀ ਸੁਣ ਲੈਣਗੇ, ਗੁਰੂ ਤੇ ਸੁਣਨਾ ਹੀ ਹੈ, ਤੇ ਜੇ ਇਹ ਜੰਗ ਖਤਮ ਹੋ ਜਾਏ ਨਾ, ਤੇ ਬੜੀਆਂ ਚੀਜ਼ਾਂ ਸੋਲਵ ਹੋ ਜਾਣਗੀਆਂ। ਇਹੀ ਵੱਡੀ ਚੀਜ਼ ਹੈ, ਹੋਰ ਕੁਝ ਨਹੀਂ ਕਰਦੇ। ਪੈਸੇ ਆਉਂਦੇ ਪਏ ਨੇ, ਏਡ ਵੀ ਹੁੰਦੀ ਪਈ ਹੈ, ਸਾਰਿਆਂ ਨੂੰ ਜੋ ਹੈਲਪ ਚਾਹੀਦੀ ਹੈ ਸਾਰਿਆਂ ਨੂੰ ਮਿਲਦੀ ਪਈ। ਤੁਸੀਂ ਸੈਂਟਰਲ ਸਟੇਸ਼ਨ ਦਾ ਉੱਤੇ ਇੰਨੀ ਹੈਲਪ ਹੁੰਦੀ ਪਈ ਸਾਰਿਆਂ ਨੂੰ, ਉਹ ਤੇ ਕਹਿੰਦੇ ਪਏ ਨੇ ਬਸ ਇਨਫ, ਹੋਰ ਨਹੀਂ ਚਾਹੀਦਾ। ਫਿਰ ਇੱਕ ਹੀ ਚੀਜ਼ ਹੋ ਸਕਦੀ ਹੈ ਕਿ ਜੰਗ ਖਤਮ ਹੋ ਜਾਏ, ਤੇ ਇਹ ਸਾਡੀ ਅਰਦਾਸ ਹੀ ਕੰਮ ਕਰੇਗੀ। ਬਹੁਤ 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 ਧੰਨਵਾਦ ਚੰਦ ਸਿੰਘ ਜੀ, ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ, ਔਰ ਜਿਹੜੀ ਇਹ ਸੇਵਾ ਕਰ ਰਹੇ ਨੇ, ਉਹ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸ਼ਕਤੀ ਦੇਵੇ, ਇਹਨਾਂ ਨੂੰ ਹਿੰਮਤ ਦੇਵੇ ਕਿ ਸਿੱਖ ਸੰਗਤ ਦੀ ਵੱਧ ਤੋਂ ਵੱਧ, ਸਿੱਖ ਸੰਗਤ ਹੀ ਨਹੀਂ ਬਲਕਿ ਸਾਰੀ ਦੁਨੀਆ ਦੀ ਜਿਹੜੀ, ਵੈਸੇ ਤਾਂ ਕਹਿੰਦੇ ਆ ਕਿ ਸਭੇ ਸਾਂਝੀ ਵਾਲ ਸਦਾਨ ਦਿਸੇ ਨਾ ਕੋਈ ਬਾਹਰਾ ਜੀਓ, ਸਾਰੀ ਦੁਨੀਆ ਹੀ ਗੁਰੂ ਦੀ ਸੰਗਤ ਹੈਗੀ ਆ, ਤੇ ਉਹਦੇ ਹੀ ਜਿਹੜੀ ਪਰਉਪਕਾਰ ਕਰ ਰਹੇ ਨੇ। ਅਸੀਂ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਪਿਆਰੇ ਦਰਸ਼ਕੋ, ਤੇ ਆਪਣਾ ਜਿਹੜਾ ਵਿਚਾਰ ਹੈ ਸਾਡੇ ਪ੍ਰੋਗਰਾਮ ਦੇ ਬਾਰੇ ਸਾਨੂੰ ਜ਼ਰੂਰ ਦਿੰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।